ਵਾਇਸ ਆਫ ਇੰਡੀਆ ਦੇ ਤੋਂ ਕਲਮਾਂ ਦੇ ਕਾਫਲੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਮੈਂ ਤੁਹਾਡਾ ਸਭਨਾਂ ਦਾ ਦੋਸਤ ਤੇ ਹੋਸਟ MP ਸਿੰਘ। ਕਲਮਾਂ ਦੇ ਕਾਫਲੇ 'ਚ ਅਸੀਂ ਹਰ ਵੇਰ ਸਾਡੇ ਸਾਹਿਤਕਾਰਾਂ, ਕਲਮਕਾਰਾਂ ਤੇ ਕਲਾਕਾਰਾਂ ਦੇ ਨਾਲ ਇੱਕ ਨਿਵੇਕਲੀ ਜਿਹੀ ਮੁਲਾਕਾਤ ਕਰਦੇ ਹਾਂ। ਉਹਨਾਂ ਨਾਲ ਖੁੱਲ੍ਹੀਆਂ ਡੁੱਲੀਆਂ ਗੱਲਾਂ ਕਰਦੇ ਹਾਂ। ਆਪਣੇ ਮਹਿਮਾਨਾਂ ਦੀਆਂ ਬਹੁਤ ਮੁੱਲੀਆਂ ਕਿਰਤਾਂ ਉੱਪਰ ਡੂੰਘੀ ਵਿਚਾਰ ਚਰਚਾ ਕਰਦੇ ਹਾਂ। ਅੱਜ ਸਾਡੇ ਇਸ ਪ੍ਰੋਗਰਾਮ ਦੇ ਮਹਿਮਾਨ ਨੇ ਜਸਬੀਰ ਮੰਗੂਵਾਲ। ਜਸਬੀਰ ਲੋਕ ਪੱਖੀ ਇਨਕਲਾਬੀ ਵਿਚਾਰਾਂ ਦੇ ਧਾਰਨੀ ਹਨ। ਉੱਘੇ ਕਵਿੱਤਰੀ ਹੈ। ਸਾਹਿਤ ਤੇ ਸੱਭਿਆਚਾਰ ਸਭਾ ਵਿਨੀਪੈਗ ਦੇ ਰੂਹੇ ਰਾਵਾ ਹਨ। ਸਮਾਜਿਕ ਵਿਸ਼ਿਆਂ ਉੱਪਰ ਚੋਖੀ ਪਕੜ ਹੈ ਜਸਬੀਰ ਦੀ। ਬੇਬਾਕ ਕਵਿਤਾਵਾਂ ਦੀ ਸਿਰਜਣਾ ਕਰਦੇ ਹਨ। ਵਿਨੀਪੈਗ 'ਚ ਕੋਈ ਵੀ ਸਾਹਿਤਕ ਜਾਂ ਸੱਭਿਆਚਾਰਕ ਸਮਾਗਮ ਹੋਵੇ, ਜਸਬੀਰ ਮੰਗੂਵਾਲ ਦੀ ਭਰਵੀਂ ਸ਼ਮੂਲੀਅਤ ਤੋਂ ਬਿਨਾਂ ਸੰਭਵ ਹੀ ਨਹੀਂ ਹੈ। ਆਓ ਉਹਨਾਂ ਨਾਲ ਖੁੱਲ੍ਹੀਆਂ ਗੱਲਾਂ ਕਰਦੇ ਹਾਂ। ਜਸਬੀਰ ਮੰਗੂਵਾਲ ਜੀ, ਵਾਇਸ ਆਫ ਇੰਡੀਆ ਤੋਂ ਕਲਮਾਂ ਦੇ ਕਾਫਲੇ ਪ੍ਰੋਗਰਾਮ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਪਿਆਰ ਭਰੀ ਤੁਹਾਡੇ ਸਰੋਤਿਆਂ ਨੂੰ ਤੇ ਧੰਨਵਾਦ ਵਾਇਸ ਆਫ ਇੰਡੀਆ ਦਾ ਜੀ। ਕਲਮਾਂ ਦੇ ਕਾਫਲੇ ਪ੍ਰੋਗਰਾਮ ਵਿੱਚ ਜਸਬੀਰ ਜੀ, ਜਿਵੇਂ ਮੈਂ ਦੱਸਿਆ ਕਿ ਅਸੀਂ ਹਰ ਵਾਰੀ ਕਿਸੇ ਨਾ ਕਿਸੇ ਸਾਹਿਤਕਾਰ ਨੂੰ ਉਹਨਾਂ ਦੀਆਂ ਜਿਹੜੀਆਂ ਕਿਰਤਾਂ ਹੁੰਦੀਆਂ ਉਹਦੇ 'ਤੇ ਚਰਚਾ ਕਰਦੇ ਹਾਂ। ਮੈਨੂੰ ਪਤਾ ਹੈ, ਮੈਂ ਤੁਹਾਨੂੰ ਸੁਣਿਆ, ਮੈਂ ਤੁਹਾਨੂੰ ਬਹੁਤ ਦੇਰ ਤੋਂ ਜਾਣਦਾ। ਤੁਸੀਂ ਕਵਿਤਾ ਲਿਖਦੇ ਹੋ, ਬਹੁਤ ਖੂਬਸੂਰਤ, ਔਰ ਸਭ ਤੋਂ ਵੱਡੀ ਗੱਲ ਹੈ ਕਿ ਚਲੰਤ ਮਾਮਲਿਆਂ ਦੇ ਉੱਤੇ ਕਵਿਤਾ ਹੁੰਦੀ ਹੈ। ਇਹ ਕਵਿਤਾ ਦੇ ਚਲੰਤ ਮਾਮਲਿਆਂ ਵਾਲੀ ਗੱਲ ਤਾਂ ਆਪਾਂ ਥੋੜ੍ਹੀ ਜਿਹੀ ਅੱਗੇ ਜਾ ਕੇ ਕਰਾਂਗੇ। ਪਹਿਲਾਂ ਮੈਨੂੰ ਇਹ ਦੱਸੋ ਆਪਦੇ ਪਿਛੋਕੜ ਬਾਰੇ। ਤੁਹਾਨੂੰ ਕਵਿਤਾ ਲਿਖਣ ਦਾ ਸ਼ੌਕ ਕਿੱਥੋਂ ਪੈਦਾ ਹੋਇਆ, ਕਦੋਂ ਪੈਦਾ ਹੋਇਆ? ਪਰਿਵਾਰਕ ਤੁਹਾਡਾ ਘਰ ਦਾ ਮਾਹੌਲ ਕਿਹੋ ਜਿਹਾ ਸੀ ਜਾਂ ਹੁਣ ਹੈ? ਇਹੋ ਜਿਹਾ ਸਾਹਿਤਕ ਸੱਭਿਆਚਾਰਕ ਪਿੰਡ ਦੇ ਵਿੱਚ ਕੰਮ ਕਰਨਾ ਕੋਈ ਸੌਖਾ ਕੰਮ ਨਹੀਂ ਹੁੰਦਾ ਪਰਿਵਾਰਕ ਔਰਤਾਂ ਨੂੰ। ਤੁਸੀਂ ਆਪਣੇ ਬਾਰੇ ਜਾਣਕਾਰੀ ਦਿਓ, ਮੁੱਢਲੀ ਜਾਣਕਾਰੀ। ਹਾਂਜੀ, ਜਿਵੇਂ ਕਿ ਸਾਰੇ ਲੋਕ ਜਾਣਦੇ ਕਿ ਮੇਰਾ ਪਿੰਡ ਮੰਗੂਵਾਲ ਆ। ਪਿੰਡ ਮੰਗੂਵਾਲ ਦੇ ਜਿਹੜੇ 3 ਸ਼ਹੀਦ ਨਕਸਲਵਾੜੀ ਲਹਿਰ 'ਚ ਸ਼ਹੀਦ ਹੋਏ ਸੀ। ਤੇ ਜਦੋਂ ਮੈਂ ਬਚਪਨ ਤੋਂ ਹੀ ਜਿਹੜੇ ਮੇਰੇ ਡੈਡੀ ਆ ਉਹ ਵੀ ਕਮਿਊਨਿਸਟ ਜਿਹੜੇ ਹੈਗੇ ਉਹ ਲਹਿਰ ਦੇ ਨਾਲ ਜੁੜੇ ਹੋਏ ਸੀ। ਹਾਂਜੀ। ਤੇ ਬਚਪਨ ਤੋਂ ਹੀ ਮੈਂ ਸੰਤ ਰਾਮ ਉਦਾਸੀ ਤੇ ਪਾਸ਼ ਦੀਆਂ ਕਵਿਤਾਵਾਂ ਜਦੋਂ ਉਹਨਾਂ ਦੇ ਸ਼ਹੀਦੀ ਦਿਨ ਹੁੰਦੇ ਸੀ ਮੈਂ ਗਾਉਂਦੀ ਹੁੰਦੀ ਸੀ। ਜਦੋਂ ਮੈਂ ਤੀਜੀ ਚੌਥੀ 'ਚ ਪੜ੍ਹਦੀ ਸੀਗੀ। ਅੱਛਾ, ਸਕੂਲ ਟਾਈਮ ਹੀ? ਹਾਂਜੀ, ਸਕੂਲ ਟਾਈਮ ਤੇ ਸੰਤ ਰਾਮ ਉਦਾਸੀ ਕਿਰਤੀ ਦੀ ਕੁਲੀਏ ਤੇ ਜਿਹਦੇ ਵਿੱਚ ਸਾਡੇ ਪਿੰਡ ਦਾ ਨਾਂ ਵੀ ਆਉਂਦਾ ਸੀ। ਤੇ ਉਸ ਤੋਂ ਬਾਅਦ ਵਿੱਚ ਫਿਰ ਜਦੋਂ ਥੋੜਾ ਜਿਹਾ ਅੱਗੇ ਵਧੀ ਤੇ ਮੇਰੇ ਜਿਹੜੇ ਰਾਜਨੀਤਿਕ ਗੁਰੂ ਵੀ ਮੈਂ ਉਹਨਾਂ ਨੂੰ ਕਹਿੰਦੀ ਆ ਤੇ ਜਿਨ੍ਹਾਂ ਨੇ ਮੈਨੂੰ ਗੋਦ ਲਿਆ ਸੀਗਾ, ਬੇਟੀ ਬਣਾਇਆ ਸੀ ਦਰਸ਼ਨ ਦੁਸਾਂਝ, ਉਹ ਕਵਿਤਾ ਲਿਖਦੇ ਹੁੰਦੇ ਸੀ। ਉਹ ਜਦੋਂ ਕਵਿਤਾ ਲਿਖਦੇ ਹੁੰਦੇ ਸੀ ਤੇ ਉਹ ਸਾਨੂੰ ਕਵਿਤਾ ਸੁਣਾਉਂਦੇ ਹੁੰਦੇ ਸੀ, ਮੈਨੂੰ ਤਾਂ ਮੇਰੇ ਭਰਾ ਕੁਲਵੀਰ ਨੂੰ। ਉਸ ਵੇਲੇ ਸਾਨੂੰ ਕਵਿਤਾ ਦੀ ਬਹੁਤੀ ਸਮਝ ਨਹੀਂ ਸੀ ਹੁੰਦੀ। ਕਈ ਵਾਰੀ ਅਸੀਂ ਹੱਸ ਛੱਡਣਾ। ਉਹਨਾਂ ਦੀ ਇੱਕ ਕਵਿਤਾ ਸੀ ਕਿ ਜੇ ਪਸ਼ੂਆਂ ਵਾਂਗ ਖੁਰਲੀ ਤੇ ਚਰਨੇ ਨੂੰ ਕਦੇ ਮੈਂ ਜੀਵਨ ਨਹੀਂ ਸਮਝਿਆ। ਮੇਰੇ ਦੋਸਤ ਮੈਂ ਗੁਜ਼ਰ ਜਾਵਾਂ ਕਿਸੇ ਮਾਸੂਮ ਕੋਲੋਂ ਤੇ ਮੇਰੀ ਮੂੰਹ ਚੋਂ ਮਾਂ ਦੀ ਮਮਤਾ ਜੀ ਉਫ ਨਾ ਨਿਕਲੇ, ਇਹ ਮੇਥੋਂ ਨਹੀਂ ਹੋ ਸਕਣਾ। ਬਹੁਤ ਖੂਬ, ਬਹੁਤ ਖੂਬ। ਉਸ ਵੇਲੇ ਸਾਨੂੰ ਨਹੀਂ ਸੀ ਪਤਾ ਹੁੰਦਾ ਵੀ ਇਹਦਾ ਮਤਲਬ ਕੀ ਆ। ਕਈ ਵਾਰੀ ਪਰ ਅਸੀਂ ਸੁਣਦੇ ਹੁੰਦੇ ਸੀ ਬਈ ਇਹ ਕਵਿਤਾ ਹੁੰਦੀ ਆ। ਫਿਰ ਮੈਂ ਜਿਹੜੇ ਸ਼ੁਰੂਆਤ ਕੀਤੀ ਉਹ ਮੈਂ 8ਵੀਂ 'ਚ ਸੀਗੀ ਜਦੋਂ ਮੈਂ ਗਦਰ ਪਾਰਟੀ ਦਾ ਇਤਿਹਾਸ ਜਿਹੜੀ ਪੂਰੀ ਕਿਤਾਬ ਪੜ੍ਹ ਦਿੱਤੀ ਸੀਗੀ। ਕਿਉਂਕਿ ਕਿਤਾਬਾਂ ਮੈਂ ਸ਼ੁਰੂ ਤੋਂ ਹੀ ਪੜ੍ਹਦੀ ਹੁੰਦੀ ਸੀ। ਸਾਂਝ ਅੰਕਲ ਮੈਨੂੰ ਕਿਤਾਬਾਂ ਲਿਆ ਕੇ ਦਿੰਦੇ ਹੁੰਦੇ ਸੀ। ਮੇਰੇ ਡੈਡੀ ਬਾਹਰ ਆ ਗਏ ਸੀ ਕੈਨੇਡਾ, ਉੱਥੇ ਸਾਡੇ ਕੋਲ ਨਹੀਂ ਸੀ, ਪਰ ਸਾਡੇ ਘਰ ਸਾਰੇ ਕਮਿਊਨਿਸਟ ਆਉਂਦੇ ਜਾਂਦੇ ਸੀਗੇ। ਠੀਕ। ਫਿਰ ਕੀ ਹੋਇਆ ਕਿ ਮੈਂ ਸ਼ੁਰੂ ਕੀਤੀ ਜਿਹੜੀ ਮੇਰਾ ਲਿਖਣਾ ਸ਼ੁਰੂ ਕੀਤਾ ਮੈਂ ਆਰਟੀਕਲ ਤੋਂ। ਮੈਂ ਔਰਤਾਂ ਤੇ ਆਰਟੀਕਲ ਲਿਖਦੀ ਹੁੰਦੀ ਸੀਗੀ ਤੇ ਉਹ ਮੇਰੇ ਆਰਟੀਕਲ ਜਿਹੜੇ ਹੈਗੇ ਆ ਉਹ ਮੇਰੇ ਕਾਲਜ ਮੈਗਜ਼ੀਨ ਵਿੱਚ ਛਪਦੇ ਸੀਗੇ। ਅੱਛਾ ਜੀ। ਤੇ ਫਿਰ ਮੈਂ ਜਿਹੜੀ ਹੈਗੀ ਆ ਉਹ ਮਿੰਨੀ ਕਹਾਣੀ ਲਿਖਦੀ ਹੁੰਦੀ ਸੀ, ਕਵਿਤਾ ਨਹੀਂ ਸੀ ਮੈਂ ਲਿਖਦੀ ਹੁੰਦੀ। ਕਵਿਤਾ ਲਿਖਣੀ ਸ਼ੁਰੂ ਮੈਂ ਕੈਨੇਡਾ ਆ ਕੇ ਕੀਤੀ, ਉਹ ਵੀ ਵਿਆਹ ਤੋਂ ਬਾਅਦ ਕੀਤੀ ਆ। ਠੀਕ। ਹਾਂਜੀ, ਜਦੋਂ ਮੈਂ ਸ਼ੁਰੂ 'ਚ ਕਵਿਤਾ ਲਿਖਣੀ ਸ਼ੁਰੂ ਕੀਤੀ ਤੇ ਮੇਰੇ ਹਸਬੈਂਡ ਕਈ ਵਾਰੀ ਇਹਨਾਂ ਨੇ ਜਦੋਂ ਮੈਂ ਔਰਤਾਂ ਤੇ ਲਿਖਦੀ ਸੀਗੀ ਮੇਰੀ ਜਿਹੜੀਆਂ ਕਵਿਤਾ ਇੱਕ ਕਵਿਤਾ ਆ ਉਹ ਤਾਂ ਚਾਹੁੰਦਾ ਸੀ ਕਿ ਮੈਂ ਮਹਿਜ ਇੱਕ ਆਟੇ ਦਾ ਪੇੜਾ ਹੋਵਾਂ। ਠੀਕ ਹੈ। ਉਸਨੂੰ ਹੈ ਆਦਤ ਸਿਰਫ ਹਾਂ ਹੀ ਸੁਣਨ ਦੀ। ਉਹ ਤਾਂ ਚਾਹੁੰਦਾ ਹੈ ਕਿ ਮੈਂ ਮਹਿਜ ਇੱਕ ਆਟੇ ਦਾ ਪੇੜਾ ਹੋਵਾਂ। ਉਹ ਜੀ ਚਾਹਵੇ ਮੈਨੂੰ ਕਦੇ ਚਿੜੀ ਬਣਾ ਲਵੇ ਕਿ ਆਪ ਬਣ ਜਾਵੇ ਜੰਗਲੀ ਬਿੱਲਾ। ਸ਼ੁਰੂ ਵਿੱਚ ਮੇਰੇ ਹਸਬੈਂਡ ਨੇ ਸੋਚਣਾ ਕਿ ਮੈਂ ਤਾਂ ਤੈਨੂੰ ਕਦੇ ਮਤਲਬ ਕਿ ਬਹੁਤ
ਪਿਆਰ ਕਰਦਾ ਆ, ਕੋਈ ਏਦਾਂ ਦੀ ਗੱਲ ਨਹੀਂ। ਉਲਾਂਭਾ ਨਹੀਂ ਆਉਣ ਦਿੱਤਾ ਕਦੀ। ਫਿਰ ਹੌਲੀ ਹੌਲੀ ਜਿੱਦਾਂ ਲੱਗਿਆ ਵੀ ਨਹੀਂ, ਕਵਿਤਾ ਆਪਣਾ ਦਰਦ ਨਹੀਂ ਹੁੰਦੀ, ਇਹ ਲੁਕਾਈ ਦਾ ਦਰਦ ਹੀ ਹੁੰਦੀ ਆ। ਠੀਕ ਹੈ। ਤੇ ਫਿਰ ਮੇਰੀ ਕਵਿਤਾ, ਪਹਿਲੀ ਕਵਿਤਾ ਜਿਹੜੀ ਮੇਰੀ ਆ, ਉਹ ਇੱਥੇ ਆ ਕੇ ਜਿਹੜੀ ਛਪੀ ਸੀ, ਉਹ ਬਟਨ ਪੇਪਰ ਵਿੱਚ ਛਪੀ ਸੀ, ਤੇ ਮੈਨੂੰ ਉਹਨੇ ਬਹੁਤ ਹੌਸਲਾ ਦਿੱਤਾ। ਵੈਰੀ ਗੁੱਡ, ਬਹੁਤ ਵਧੀਆ। ਕਿਹੜੇ ਸਾਲ ਤੁਸੀਂ ਆਏ ਜੀ ਕੈਨੇਡਾ ਵਿੱਚ? ਮੈਂ 2003 ਵਿੱਚ ਆਈ ਸੀ। 17-18 ਸਾਲ ਹੋ ਗਏ ਤੁਹਾਨੂੰ ਆਇਆ ਨੂੰ। ਹਾਂਜੀ। ਕਿੰਨੀਆਂ ਕੁ ਕਵਿਤਾਵਾਂ ਤੁਸੀਂ, ਤੁਹਾਨੂੰ ਲੱਗਦਾ ਕਿ ਗਿਣਤੀ ਤੇ ਚਲੋ ਕਈ ਵਾਰੀ ਪੁੱਛਣਾ ਗੁਨਾਹ ਹੈਗਾ, ਜਦੋਂ ਜਿਹੜਾ ਬੰਦਾ ਲਿਖਦਾ ਹੈਗਾ ਵਾ ਉਹ ਤਾਂ ਲਿਖੀ ਜਾਂਦਾ, ਉਹ ਕਦੀ ਗਿਣਦਾ ਨਹੀਂ, ਪਰ ਫਿਰ ਵੀ ਮੋਟੇ ਤੌਰ ਤੇ ਅੰਦਾਜ਼ਾ ਲਾ ਸਕਦੇ ਹਾਂ ਕਿ ਤੁਸੀਂ ਕਿੰਨੀਆਂ ਕੁ ਕਵਿਤਾਵਾਂ ਲਿਖੀਆਂ? ਨਹੀਂ, ਏਦਾਂ ਨਹੀਂ ਕੋਈ, ਮੈਂ ਵੈਸੇ ਬਹੁਤ ਢਿੱਲੀ ਆ ਕਵਿਤਾ ਲਿਖਣ ਵਿੱਚ, ਜਦੋਂ ਪਰ ਹੁਣ ਜਦੋਂ ਕੁਛ ਚੀਜ਼ ਟੁੰਬਦੀ ਆ ਕਵਿਤਾ, ਐਕਚੁਅਲੀ ਜਿੱਦਾਂ ਗੁਰਸ਼ਰਨ ਸਿੰਘ ਨੇ ਵੀ ਕਿਹਾ ਸੀ ਵੀ ਜੇ ਨਾਟਕ ਕਰਨਾ ਕਾਹਦੇ ਲਈ ਆ ਜੇ ਕੋਈ ਸਵਾਲ ਨਹੀਂ ਉਠਾਉਣਾ। ਮੇਰਾ ਵੀ ਇਹੀ ਮਕਸਦ ਆ ਵੀ ਕੁਛ ਲਿਖਣਾ ਕਾਹਦੇ ਆ ਜੇ ਸਵਾਲ ਨਹੀਂ ਉਠਾਉਣਾ। ਸਮਾਜ ਦੇ ਵਿੱਚ ਜਿੱਦਾਂ ਜਿੱਦਾਂ ਘਟਨਾਵਾਂ ਵਾਪਰਦੀਆਂ ਆ, ਉਦਾਂ ਅਸੀਂ ਜਿਹੜਾ ਹੈਗਾ ਲੋਕ, ਜਿਹੜੇ ਚੇਤਨ ਲੋਕ ਆ, ਉਹ ਚਾਹੇ ਸਮਾਜ ਨੂੰ ਸਵਾਲ ਕਰੀਏ, ਚਾਹੇ ਸੱਤਾ ਨੂੰ ਸਵਾਲ ਕਰੀਏ, ਉਹਦੇ ਲਈ ਅਸੀਂ ਮਤਲਬ ਕਿ ਕਵਿਤਾਵਾਂ ਲਿਖਦੇ ਆ। ਮੈਂ ਅਜੇ ਤੱਕ ਮੇਰੀ ਕੋਈ ਕਿਤਾਬ ਨਹੀਂ ਆਈ ਹੈਗੀ, ਮੈਨੂੰ ਬਹੁਤ ਸਾਰੇ ਮੇਰੇ ਦੋਸਤ ਜਿਹੜੇ ਹੈਗੇ ਆ ਉਹ ਕਹਿੰਦੇ ਆ, ਖਾਸ ਕਰਕੇ ਕਵਿਤਾ ਦੇ ਵਿੱਚ ਜਦੋਂ ਮੈਂ ਕਵਿਤਾ ਲਿਖਦੀ ਆ ਇੱਥੇ, ਤੇ ਦੋ ਜਿਹੜੇ ਪ੍ਰਮੁੱਖ ਬੰਦੇ ਆ, 2-3, ਜਿੱਦਾਂ ਮੇਰੀ ਫਰੈਂਡ ਆ ਇੱਕ ਬਹੁਤ, ਜਦੋਂ ਦੀ ਮੈਂ 2003 ਤੋਂ ਹੀ ਆ, ਪਰਮਿੰਦਰ ਸਵੈਜ, ਉਹ ਮੈਨੂੰ ਬਹੁਤ ਉਤਸ਼ਾਹਿਤ ਕਰਦੇ ਆ। ਠੀਕ ਹੈ, ਠੀਕ ਹੈ। ਹਾਂਜੀ। ਤੇ ਦੂਜਾ ਅਮਰਤ ਦੀਵਾਨਾ ਜੀ ਹੈਗੇ ਆ, ਉਹ ਕਵੀ ਆ, ਬਹੁਤ ਵਧੀਆ, ਵੈਨਕੂਵਰ ਰਹਿੰਦੇ ਆ। ਹਾਂਜੀ ਹਾਂਜੀ। ਤੇ ਉਹ ਮੈਨੂੰ ਬਹੁਤ, ਕਈ ਵਾਰੀ ਜਦੋਂ ਮੈਂ ਕੁਛ ਲਿਖਦੀ ਆ, ਉਹ ਮੈਨੂੰ ਬਹੁਤ ਦੱਸਦੇ ਆ ਵੀ ਇੱਥੇ ਆਹ ਚੀਜ਼ ਜਿਹੜੀ ਹੈਗੀ ਆ, ਉਹ ਕਵਿਤਾ ਦੇ ਵਿੱਚ ਬਹੁਤ ਮਾਹਰ ਆ। ਉਹ ਮੇਰੇ ਵਿਚਾਰ ਮੇਰੇ ਹੁੰਦੇ ਆ, ਕਈ ਵਾਰੀ ਉਹ ਮੈਨੂੰ ਤਕਨੀਕ ਬਾਰੇ ਜਾਂ ਕੁਛ ਜਿਹੜਾ ਹੈਗਾ ਆ ਸਮੇਂ-ਸਮੇਂ ਤੇ ਉਹ ਦੱਸਦੇ ਰਹਿੰਦੇ ਆ। ਤੁਸੀਂ ਖੁੱਲੀ ਕਵਿਤਾ ਲਿਖਦੇ ਹੋ, ਬੋਲਦੇ ਹੋ, ਇਹ ਬੰਦਿਸ਼ਾਂ ਨਹੀਂ ਹੁੰਦੀਆਂ ਇਸ ਕਵਿਤਾ ਦੇ ਵਿੱਚ? ਇੱਕ ਮੈਂ ਜਿੰਨੀ ਵਾਰੀ ਵੀ ਤੁਹਾਡੀ ਕਵਿਤਾ ਸੁਣੀ ਆ, ਮੇਰਾ ਕੋਈ ਸਾਹਿਤਕ ਸਮਾਗਮ ਮੈਂ ਨਹੀਂ ਛੱਡਿਆ ਜਿਹਦੇ 'ਚ ਸ਼ਾਮਲ ਨਾ ਹੋਇਆ ਹੋਵਾਂ। ਤੁਸੀਂ ਵੀ ਉੱਥੇ ਹੁੰਦੇ ਹੋ, ਤੁਸੀਂ ਕਵਿਤਾ ਬੋਲਦੇ ਵੀ ਹੋ, ਪੜ੍ਹਦੇ ਹੋ, ਔਰ ਸ਼ਲਾਘਾ ਤੁਹਾਡੀ ਹੁੰਦੀ ਹੈ, ਪਰ ਕਵਿਤਾ ਲੰਬੀ ਬੜੀ ਹੁੰਦੀ, ਇਹਦੇ ਪਿੱਛੇ ਕੀ ਕਾਰਨ ਹੈ? ਐਕਚੁਅਲੀ ਜਿੱਦਾਂ ਹੁਣ ਅਸੀਂ ਭਰੇ ਹੀ ਇੰਨੇ ਪਏ ਆ ਵੀ ਉਹਨੂੰ ਜਦੋਂ ਲਿਖਣ ਲੱਗੀ ਦਾ ਨਾ, ਤੇ ਹਰ ਬੰਦੇ ਦਾ ਨਾਲ ਹੀ ਸਟਾਈਲ ਹੁੰਦਾ ਆ ਲਿਖਣੇ ਦਾ ਵੀ, ਤੇ ਮਤਲਬ ਕਿ ਇੱਕ ਵਿਚਾਰਾਂ ਦੀ ਇੰਨਾ ਜ਼ਿਆਦਾ ਹੈਗਾ, ਜਦੋਂ ਕਿਸੇ ਵੀ, ਮੈਂ ਚਾਹੇ ਉਹ ਔਰਤਾਂ ਤੇ ਲਿਖਾਂ, ਉਹਨਾਂ ਦੇ ਦਰਦ ਬੜੇ ਆ। ਠੀਕ ਹੈ। ਮੈਂ ਕਾਮਿਆਂ ਦੀ ਗੱਲ ਕਰਾਂ, ਕਾਮਿਆਂ ਦੇ ਦਰਦ ਬੜੇ ਵੱਡੇ ਆ। ਹਾਂਜੀ 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 ਹਾਂਜੀ। ਸੋ ਇਸ ਕਰਕੇ ਕੋਸ਼ਿਸ਼ ਕਰੀਦੀ ਆ ਛੋਟੀ ਲਿਖਣੇ ਦੀ, ਪਰ ਫਿਰ ਵੀ ਉਹ ਜਿੱਦਾਂ ਹੁੰਦਾ ਨਾ ਵੀ ਕੁਝ ਚ ਸਮੁੰਦਰ ਜਿਹੜਾ ਆ ਉਹ ਕਈ ਵਾਰੀ ਨਹੀਂ ਪਾ ਹੁੰਦਾ, ਪਰ ਫਿਰ ਵੀ ਕੋਸ਼ਿਸ਼ ਕਰਦੇ ਰਹੀਦਾ। ਦਰਸ਼ਨ ਦੋਸਾਂਝ ਦਾ ਤੁਸੀਂ ਨਾਂ ਲਿਆ ਜੀ। ਦਰਸ਼ਨ ਦੋਸਾਂਝ ਦੀਆਂ ਕਵਿਤਾਵਾਂ ਮੈਂ ਪੜ੍ਹੀਆਂ ਵੀ ਆ, ਔਰ ਮੈਂ ਕਿਸੇ ਮਹਿਫਲ ਦੇ ਵਿੱਚ ਉਹਨਾਂ ਨੂੰ ਸੁਣਿਆ ਵੀ ਸੀ। ਉਹ ਛੋਟੀ ਕਵਿਤਾ ਲਿਖਦੇ ਆ, ਛੋਟੀ ਕਵਿਤਾ ਵਿੱਚ ਬਹੁਤੀ ਵੱਡੀ ਸਾਰਥਕ ਗੱਲ ਕਰਦੇ ਆ। ਇਹ ਪ੍ਰਭਾਵ ਤੁਸੀਂ ਨਹੀਂ ਕਬੂਲਿਆ ਸ਼ਾਇਦ? ਨਹੀਂ, ਮੈਂ ਉਹਨਾਂ ਤੋਂ ਰਾਜਨੀਤਿਕ ਵਿਚਾਰ ਕਬੂਲੇ ਆ। ਮੈਂ ਕੋਸ਼ਿਸ਼ ਕਰੂੰਗੀ, ਇਹ ਗੱਲ ਮੈਂ ਅੱਜ ਤੁਹਾਡੇ ਤੋਂ ਇਹ ਮਤਲਬ ਪੜ੍ਹੀਆਂ ਉਹਨਾਂ ਦੀਆਂ ਕਵਿਤਾਵਾਂ, ਸਾਰਾ ਉਹਨਾਂ ਦਾ ਸਾਹਿਤ ਪੜ੍ਹਿਆ, ਜਦੋਂ ਵੀ ਉਹ ਕੁਛ ਲਿਖਦੇ ਸੀ ਉਹ ਸਾਨੂੰ ਸੁਣਾਉਂਦੇ ਸੀ। ਪਰ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਆ ਕਿ ਉਹ ਬਹੁਤ, ਜਿਹੜੀ ਛੋਟੀ ਕਵਿਤਾ ਦੇ ਵਿੱਚ ਬਹੁਤ ਸਾਰੀਆਂ ਬਹੁਤ ਵੱਡੀ ਗੱਲ ਕਰਦੇ, ਛੋਟੀ ਕਵਿਤਾ ਦੇ ਵਿੱਚ ਥੋੜੀਆਂ ਲਾਈਨਾਂ ਦੇ ਵਿੱਚ ਬਹੁਤ ਵੱਡੀ ਗੱਲ ਕਰ ਜਾਂਦੇ ਸੀਗੇ। ਔਰ ਇੱਕ ਕਵਿਤਾ ਦਾ ਸਟਾਈਲ ਹੈ ਜੀ ਦਰਸ਼ਨ ਦੋਸਾਂਝ ਦਾ ਵੀ, ਹੋਰ ਵੀ ਮੈਂ ਬਹੁਤ ਸਾਰੇ ਕਵੀਆਂ ਦੇ ਨਾਂ ਲੈ ਸਕਦਾ। ਉਹਨਾਂ ਦਾ ਇੱਕ ਹੈ ਕਿ ਥੋੜ੍ਹੇ ਸ਼ਬਦਾਂ ਦੇ ਵਿੱਚ ਇੱਕ ਸਵਾਲ ਖੜਾ ਕਰ ਦਿੰਦੇ ਆ ਸਰੋਤੇ ਵਾਸਤੇ, ਪਾਠਕ ਵਾਸਤੇ, ਤੇ ਪਾਠਕ ਖੁਦ ਮਤਲਬ ਉਹਦਾ ਵੇਰਵਾ ਜਿਹੜਾ ਨਾ ਖੁਦ ਪਾਠਕ ਦੇ, ਸਰੋਤੇ ਦੇ ਦਿਲ ਦਿਮਾਗ ਦੇ ਵਿੱਚ ਉੱਕਰ ਜਾਂਦਾ। ਉਹ ਖੁਦ ਅੰਦਾਜ਼ਾ ਲਾਉਂਦਾ ਕਿ ਹਾਂ ਆਹ ਜਿਹੜੀ ਗੱਲ ਕਹੀ ਆ ਉਹਦਾ ਮਕਸਦ ਆ। ਇਹ ਇਸ ਤਰ੍ਹਾਂ ਦੀ ਸ਼ਾਇਦ ਇੱਕ ਦੌਰ ਦੀ ਗੱਲ ਹੁੰਦੀ ਹੈ। ਕਈ ਵਾਰੀ ਕੋਈ ਦੌਰ ਇੱਦਾਂ ਦੇ ਹੁੰਦੇ ਆ ਕਿ ਛੋਟੀ ਕਵਿਤਾ ਦਾ ਰੁਝਾਨ ਹੁੰਦਾ, ਕਈ ਵਾਰੀ ਕੋਈ ਦਾ ਦੌਰ ਹੁੰਦਾ ਜਿਸ 'ਚ ਵੱਡੀ ਕਵਿਤਾ ਦਾ ਰੁਝਾਨ ਹੁੰਦਾ। ਚਲੋ ਤੁਹਾਡਾ ਆਪਣਾ ਆਪਣਾ ਸਟਾਈਲ ਹੈ, ਤੁਸੀਂ ਇਹ ਕਵਿਤਾ ਜਿਹੜੀ ਲਿਖਦੇ ਹੋ ਕਾਫੀ ਵਿਸਥਾਰਤ ਹੁੰਦੀ ਆ, ਔਰ ਉਹ ਤੁਸੀਂ ਮਹਿਸੂਸ ਕਰਦੇ ਹੋ ਕਿ ਜੇ ਗੱਲ ਨੂੰ ਅੱਧੀ ਅਧੂਰੀ ਛੱਡ ਦਿੱਤਾ ਤੇ ਉਹਦਾ ਕੋਈ ਫਾਇਦਾ ਨਹੀਂ ਹੈ। ਹਾਂਜੀ।
ਕਵਿਤਾ ਦੇ ਰੂਪ ਵਿੱਚ ਤੁਸੀਂ ਕੋਈ ਹੋਰ ਗਜ਼ਲਾਂ, ਰੁਬਾਈਆਂ, ਕੋਈ ਇਹੋ ਜਿਹੀ ਵਿਧਾ ਵੀ ਅਪਣਾਈ ਕਿ ਸਿਰਫ ਖੁੱਲੀ ਕਵਿਤਾ ਹੀ? ਨਹੀਂ, ਸਿਰਫ ਮੈਂ ਖੁੱਲੀ ਕਵਿਤਾ ਹੀ ਜਿਹੜੀ ਹੈਗੀ ਉਹ ਲਿਖਦੀ ਹਾਂ। ਇੱਕ ਦੋ ਕੁ ਮੈਂ ਜਿੱਦਾਂ ਲੈਬ ਵਾਲੀ ਕਵਿਤਾ ਵੀ ਲਿਖੀ ਆ, ਪਰ ਜ਼ਿਆਦਾ ਮੈਨੂੰ ਲੱਗਦਾ ਕਿ ਮੈਂ ਆਪਣੀ ਕਵਿਤਾ ਰਾਹੀਂ ਗੱਲ ਕਹਿਣਾ ਚਾਹੁੰਦੀ ਹਾਂ। ਮੈਨੂੰ ਨਹੀਂ ਪਤਾ ਉਹ 'ਚ ਸਾਹਿਤ ਕਿੰਨਾ ਆ, ਮੈਂ ਕੋਈ ਸਾਹਿਤਕਾਰ ਹੈਗੀ ਜਾਂ ਨਹੀਂ ਹੈਗੀ। ਮੇਰੇ ਇੱਕ ਲੋਕ ਪੱਖੀ ਵਿਚਾਰ ਆ। ਠੀਕ ਹੈ ਜੀ। ਔਰ ਉਹ ਲੋਕ ਪੱਖੀ ਵਿਚਾਰ ਮੈਂ ਲੋਕਾਂ ਤੱਕ ਲੈ ਕੇ ਜਾਣਾ ਚਾਹੁੰਦੀ ਹਾਂ। ਬਿਲਕੁਲ, ਇਹ ਤੁਹਾਡੀ ਮੈਂ ਇੰਟਰੋਡਕਸ਼ਨ ਵਿੱਚ ਵੀ ਗੱਲ ਕੀਤੀ ਆ ਕਿ ਲੋਕ ਪੱਖੀ ਵਿਚਾਰਾਂ ਨੂੰ ਤੁਸੀਂ ਇਨਕਲਾਬੀ ਵਿਚਾਰਾਂ ਨੂੰ ਪ੍ਰਣਾਏ ਹੋਏ ਹੋ। ਇਹ ਜਿਹੜੀ ਚਿਣਕ ਸੀ ਤੁਹਾਨੂੰ ਆਪਦੇ ਪਿੰਡ ਵਿੱਚੋਂ ਹੀ, ਜਦੋਂ ਤੁਹਾਡੇ ਪਿੰਡ ਦੇ 3 ਨੌਜਵਾਨਾਂ ਨੂੰ ਫੜ ਕੇ ਨਕਸਲਵਾੜੀ ਮੂਵਮੈਂਟ ਦੌਰਾਨ ਸ਼ਹੀਦ ਕੀਤਾ ਗਿਆ, ਕਿੰਨਾ ਕੁ ਪ੍ਰਭਾਵ ਪਿਆ ਤੁਹਾਡੇ ਮਨ ਤੇ? ਮਨ ਤੇ ਤਾਂ ਤੁਸੀਂ ਇਹ ਦੇਖੋ ਕਿ ਮੈਂ ਜਦੋਂ ਛੋਟੀ ਹੁੰਦੀ ਸੀ, ਉਹਨਾਂ ਦੇ ਸ਼ਹੀਦੀ ਸਮਾਗਮ ਹੋਣੇ, ਉਹਨਾਂ ਬਾਰੇ ਜਦੋਂ ਗੱਲਾਂ ਸੁਣਨੀਆਂ ਤੇ ਬੜਾ ਮਨ ਤੇ ਹੁੰਦਾ ਸੀ। ਅਸੀਂ ਝੰਡੇ, ਛੋਟੇ ਛੋਟਿਆਂ ਨੇ ਸਾਡੇ ਘਰ ਚੋਂ ਝੰਡੇ ਬਣਨੇ, ਲੇਟੀ ਬਣਾ ਕੇ ਪੋਸਟਰ ਲੱਗਣੇ, ਅਸੀਂ ਡਰਾਮੇ ਦੇਖਣ ਜਾਣਾ। ਅਸੀਂ ਖਟਕੜ ਕਲਾ, ਨਾਲੇ ਸਾਡੇ ਭਗਤ ਸਿੰਘ ਦਾ ਪਿੰਡ ਖਟਕੜ ਕਲਾ, ਅਸੀਂ ਡਰਾਮੇ ਦੇਖਣ ਜਾਣਾ, ਹੋਰ ਥਾਵਾਂ ਤੇ ਜਾਣਾ। ਬਹੁਤ ਜ਼ਿਆਦਾ ਪ੍ਰਭਾਵ ਹੁੰਦਾ ਸੀ। ਤੇ ਜਦੋਂ ਸ਼ਹੀਦਾਂ ਦੀ ਬੰਗਾਰ, ਜਦੋਂ ਜਿਹੜੇ ਨਕਸਲਵਾੜੀ ਲਹਿਰ ਦੇ ਸ਼ਹੀਦ ਸੀਗੇ, ਉਹਨਾਂ ਦੀ ਇੱਕ ਕਿਤਾਬ ਆਈ ਸੀ ਸ਼ਹੀਦਾਂ ਦੀ ਬੰਗਾਰ। ਠੀਕ ਹੈ ਜੀ। ਜਦੋਂ ਉਹ ਕਿਤਾਬ ਮੈਂ ਪੜ੍ਹਦੀ ਸੀ ਤੇ ਉਹ ਕਿਤਾਬ 'ਚ ਜਿੰਨਾ ਤਸ਼ੱਦਦ ਉਹਨਾਂ ਨੌਜਵਾਨਾਂ ਤੇ ਹੋਇਆ, ਉਹਨੂੰ ਪੜ੍ਹ ਕੇ ਬੜੀ ਮਨ ਨੂੰ ਬੇਚੈਨੀ ਹੁੰਦੀ ਸੀਗੀ। ਹਰ ਜਿਹੜਾ ਕਮਿਊਨਿਸਟ ਸੀਗਾ, ਹਰ ਬੰਦਾ ਸੀ, ਉਹਦੀ ਆਪਣੀ ਸਟੋਰੀ ਹੁੰਦੀ ਸੀ। ਜਦੋਂ ਅਸੀਂ ਉੱਥੇ ਇੰਨਾ ਪ੍ਰਭਾਵ ਹੁੰਦਾ ਸੀ ਕਿ ਜਦੋਂ ਮੈਂ ਤੇ ਮੇਰੇ ਭਰਾ ਨੇ ਨਵੇਂ ਸ਼ਹਿਰ, ਅਸੀਂ ਰੇਲਵੇ ਸਟੇਸ਼ਨ ਤੇ ਜਾਣਾ ਤੇ ਜਿਹੜਾ ਉੱਥੇ ਬੰਬ ਦੇ ਨਾਲ ਉਡਿਆ ਮੋਰ ਉੱਥੇ ਬਖਸ਼ੀਸ਼ ਸੀਗਾ, ਉਹ ਦੱਸਦਾ ਹੁੰਦਾ ਸੀ। ਜਦੋਂ ਦੀਵਾਲੀ ਆਉਣੀ, ਦੀਵਾਲੀ ਤੇ ਜਿਹੜੇ ਮੁੰਡਿਆਂ ਨੂੰ ਚੁੱਕ ਕੇ ਉਹਨੇ ਪੁਲਿਸ ਨੇ ਸ਼ਹੀਦ ਕਰ ਦਿੱਤਾ ਸੀ, ਕਦੇ ਸਾਨੂੰ ਗੋਰਾ ਦੱਸਦਾ ਸੀਗਾ, ਰਵਿੰਦਰ ਜਿਹੜਾ ਜਗਤਪੁਰ ਵਾਲਾ, ਕਦੇ ਜਦੋਂ ਜਗਤਪੁਰ ਜਾਣਾ ਤੇ ਕਦੇ ਸਾਡੇ ਪਿੰਡ ਵਾਲਾ ਜਿਹੜਾ ਇਕਬਾਲ ਸੀ, ਕਦੇ ਉਹ ਸਾਨੂੰ ਦੱਸਦਾ ਹੁੰਦਾ ਸੀ ਕਿ ਉਹਦੇ ਬੱਚਾ ਜੰਮਿਆ ਸੀ ਤੇ ਜਦੋਂ ਜਿਸ ਦਿਨ ਉਹਦਾ ਮੁਕਾਬਲਾ ਬਣਾਇਆ ਤੇ ਪੁਲਿਸ ਵਾਲੇ ਆ ਕੇ ਉਹਦੇ ਡੈਡੀ ਨੂੰ ਕਹਿੰਦੇ ਕਿ ਵਧਾਈਆਂ ਤੈਨੂੰ। ਉਹ ਸੋਚਦਾ ਸੀ ਕਿ ਮੇਰੇ ਪੋਤੇ ਦੀਆਂ ਸ਼ਾਇਦ ਵਧਾਈਆਂ ਦਿੰਦੇ। ਉਹ ਕਹਿੰਦੇ ਅੱਜ ਅਸੀਂ ਤੇਰਾ ਸੂਰਮਾ ਪੁੱਤ ਢੇਰੀ ਕਰ ਦਿੱਤਾ। ਚੀਜ਼ਾਂ ਜਿਹੜੀਆਂ ਦਿਮਾਗ ਤੇ ਬੜਾ ਅਸਰ ਪਾਉਂਦੀਆਂ ਰਹੀਆਂ ਆ ਕਿ ਕਿੰਨਾ ਜ਼ੁਲਮ ਉਹਨਾਂ ਤੇ ਹੋਇਆ। ਜਾਂ ਸਾਡੇ ਪਿੰਡ ਦਾ ਹੀ ਇੱਕ ਬਹੁਤ ਹੀ ਗਰੀਬ ਪਰਿਵਾਰ ਚੋਂ ਸੀਗਾ, ਸੋਹਣ ਲਾਲ ਜੋਸ਼ੀ, ਉਹਨੂੰ ਸ਼ਹੀਦ ਕਰ ਦਿੱਤਾ ਸੀ ਕਿਸੇ ਭੁਲੇਖੇ ਦੇ ਵਿੱਚ ਹੀ। ਪਰ ਜਦੋਂ ਦਸਾਂਝ ਅੰਕਲ ਦੱਸਦੇ ਹੁੰਦੇ ਸੀ ਕਿ ਜਦੋਂ ਉਹ ਜਾਂਦੇ ਹੁੰਦੇ ਸੀ ਕਚਹਿਰੀ 'ਚ, ਉਹਨਾਂ ਤੇ ਕੇਸ ਚੱਲਦੀ ਸੀ ਤਾਂ ਉਹਦੀ ਮਾਂ ਆਉਂਦੀ ਹੁੰਦੀ ਸੀ, ਤਾਂ ਉਹ ਜਦੋਂ ਮੇਰੇ ਵੱਲ ਦੇਖਦੀ ਹੁੰਦੀ ਸੀ ਤਾਂ ਮੇਰੇ ਕੋਲੋਂ ਉਹਨਾਂ ਦੀਆਂ ਅੱਖਾਂ 'ਚ ਅੱਖਾਂ ਪਾ ਝਾਕ ਨਹੀਂ ਸੀ ਹੁੰਦਾ। ਬਹੁਤ ਸਾਰੀਆਂ ਗੱਲਾਂ ਦਸਾਂਝ ਅੰਕਲ ਸਾਨੂੰ ਦੱਸਦੇ ਹੁੰਦੇ ਸੀ, ਜਾਂ ਆਪਣੇ ਵੱਲੋਂ ਹੋਏ ਟੌਰਚਰ ਤੇ ਕਿੱਦਾਂ ਪੁਲਿਸ ਨੇ ਉਹਨਾਂ ਤੇ ਟੌਰਚਰ ਕੀਤਾ। ਉਹ ਗੱਲਾਂ ਜਿਹੜੀਆਂ ਉਹ ਮਨ ਤੇ ਬੜਾ ਅਸਰ ਪਾਉਂਦੀਆਂ ਹੁੰਦੀਆਂ ਸੀਗੀਆਂ। ਸਾਡੇ ਪਿੰਡ ਜਦੋਂ ਕੋਈ ਗੁਰਦੁਆਰੇ ਪ੍ਰੋਗਰਾਮ ਹੋਣਾ ਜਾਂ ਕਿਤੇ ਵੀ, ਉਹ ਕਦੇ ਗੁਰਦੁਆਰੇ ਨਹੀਂ ਸੀ, ਦਸਾਂਝ ਅੰਕਲ ਗੁਰਦੁਆਰੇ ਦੀ ਰੋਟੀ ਨਹੀਂ ਸੀ ਖਾਂਦੇ ਹੁੰਦੇ। ਅਸੀਂ ਕਹਿਣਾ ਜਾਂ ਉਹਨੇ ਕਹਿਣਾ ਨਹੀਂ, ਮੈਨੂੰ ਪੁਲਿਸ ਦੇ ਆਫਿਸਰ ਨੇ ਕਿਹਾ ਸੀ ਕਿ ਜਾ ਹੁਣ ਤੇਰੀਆਂ ਲੱਤਾਂ ਤੋੜ ਦਿੱਤੀਆਂ, ਤੂੰ ਕਿਸੇ ਗੁਰਦੁਆਰੇ ਬਹਿ ਜਾਈਂ। ਉਹ ਚੀਜ਼ਾਂ ਜਦੋਂ ਦੱਸਦੇ ਹੁੰਦੇ ਸੀਗੇ ਤਾਂ ਉਹ ਬੜਾ, ਭਾਵੇਂ ਕਿ ਸਾਡੇ ਜਿਹੜੇ ਪੰਜਾਬ ਦਾ ਇਤਿਹਾਸ ਆ, ਸਿੱਖ ਗੁਰੂਆਂ ਦਾ ਇਤਿਹਾਸ ਆ, ਕੁਰਬਾਨੀਆਂ ਦਾ ਇਤਿਹਾਸ ਆ, ਪਰ ਮੈਂ ਨਕਸਲਵਾੜੀ ਲਹਿਰ ਦੇ ਸ਼ਹੀਦਾਂ ਦੀਆਂ ਗੱਲਾਂ ਨੂੰ ਬਹੁਤ ਨੇੜਿਓਂ ਤੱਕਿਆ ਤੇ ਉਹਦਾ ਪ੍ਰਭਾਵ ਮੇਰੇ ਤੇ ਬਹੁਤ ਰਿਹਾ। ਇੱਕ ਮੈਨੂੰ ਯਾਦ ਨਹੀਂ ਜੀ, ਕੋਈ ਕਵਿਤਾ ਵੀ ਲਿਖੀ, ਕਹਿੰਦੇ ਆ ਤੁਹਾਡੇ ਪਿੰਡ ਦਾ ਨਾਂ ਆਇਆ ਸੀ ਬਣ ਜਾਣਾ ਰਾਜਧਾਨੀ ਪਿੰਡ ਮੰਗੂਵਾਲ, ਏਦਾਂ ਕਰਕੇ ਕਵਿਤਾ ਆ, ਕਿਰਤੀ ਦੀ ਕੁਲੀਏ ਆਪਣੀ ਕਮਾਈ ਸਾਂਭ ਰੱਖਣੀ, ਵੈਰੀ ਗੁੱਡ, ਮਹਿਲਾਂ ਵਿੱਚ ਆ ਗਿਆ ਭਚਾਲਣੀ, ਬਣ ਜਾਣਾ ਰਾਜਧਾਨੀ ਪਿੰਡ ਮੰਗੂਵਾਲ ਨੀ, ਵਾਲੇ ਦੀ ਬਕਾਰ ਤੈਨੂੰ ਰਹੀ ਲਲਕਾਰ, ਕੱਲ ਰਹੀ ਨਾ ਹੁਕੂਮਤਾਂ ਦੇ ਵੱਸ ਦੀ, ਕਿਰਤੀ ਦੀ ਕੁਲੀਏ, 1 ਲੱਖ ਦਾ ਤੇਰਾ ਕੱਖ ਨਹੀਂ। ਤੁਸੀਂ ਦੋਸਾਂਝ ਤੋਂ, ਦਰਸ਼ਨ ਦੋਸਾਂਝ ਤੋਂ ਤਾਂ ਰਾਜਨੀਤਿਕ ਤੌਰ ਤੇ ਪ੍ਰਭਾਵਿਤ ਸੀਗੇ, ਕਵਿਤਾ ਦੇ ਖੇਤਰ ਵਿੱਚ ਤੁਸੀਂ ਕਿਹ ਤੋਂ ਪ੍ਰਭਾਵ ਕਬੂਲਿਆ? ਜਿਹੜਾ ਕਵਿਤਾ ਜਿਹੜੀ ਹੈਗੀ ਆ, ਮੈਂ ਸੰਤ ਰਾਮ ਉਦਾਸੀ, ਮੈਨੂੰ ਖਟਕੜ ਅੰਕਲ ਦੀ ਕਵਿਤਾ ਜਿਹੜੀ ਹੈਗੀ ਆ ਉਹਨੇ ਲਿਖੀ ਹੈਗੀ। ਉਹਨਾਂ ਦੀ ਕਵਿਤਾ ਇੱਕ ਦਸਾਂਝ ਅੰਕਲ ਤੇ ਵੀ ਹੈ, ਹਾਂ, ਤੇ ਬਾਬਾ ਥਾਣਾ ਬੰਗਿਆਂ ਦਾ ਹੋਵੇ ਜਾਂ ਗੜੀ ਚਮਕੌਰ ਦੀ ਲੱਤਾਂ ਚੂਰ ਕਰਵਾਈਏ, ਨਹੀਂ, ਉਹਨਾਂ ਦੀ ਕਵਿਤਾ ਸੀ ਕਿਣੇ ਨੀਹਾਂ ਵਿੱਚ ਜਾਈਏ,
ਲੱਤਾਂ ਚੂਰ ਕਰਵਾਈਏ, ਖਾਣਾ ਬੱਗਿਆਂ ਦਾ ਹੋਵੇ ਜਾਂ ਸਰਹੰਦ ਦੀ ਦੀਵਾਰ। ਇਹ ਕਵਿਤਾ ਸੀਗੀ। ਤਾਂ ਇੱਕ ਉਹਨਾਂ ਦੀ ਕਵਿਤਾ ਸੀ, ਹਾਂ ਤੇ ਬਾਬਾ ਦੀਪ ਸਿੰਘ ਆਪਣਾ ਤੇ ਕੁਝ ਵੀ ਵੰਡਿਆ ਨਹੀਂ, ਜਾਂਚਾਂ ਦਾ ਸੀਸ ਤਲੀ ਤੇ ਕਿੰਜ ਧਰੀ ਦਾ। ਸੋ ਇਹ ਕਵਿਤਾਵਾਂ ਜਿਹੜੀਆਂ ਹੈਗੀਆਂ ਔਰਤਾਂ ਦੇ ਵਿੱਚੋਂ, ਮੈਂ ਬਹੁਤ ਸਾਰੀਆਂ ਔਰਤਾਂ ਕਵਿਤਾ ਲਿਖਦੀਆਂ। ਮੇਰੀ ਫਰੈਂਡ ਪਰਮਿੰਦਰ ਵੀ ਆ, ਅਸੀਂ ਰੋਜ਼ ਜਦੋਂ ਉਹ ਕਵਿਤਾ ਲਿਖਦੇ ਮੇਰੇ ਨਾਲ ਸ਼ੇਅਰ ਕਰਦੇ, ਉਹ ਵੀ ਇਨਕਲਾਬੀ ਕਵਿਤਾ ਲਿਖਦੇ ਆ। ਹਾਂਜੀ। ਤੇ ਪਾਲ ਕੌਰ ਜਿਹੜੇ ਹੈਗੇ ਆ ਉਹ ਬਹੁਤ ਵਧੀਆ ਕਵੀ ਆ। ਇੱਕ ਕੁੜੀ ਲਵੀਨ ਗੈਲਿਆ ਟੋਰਾਂਟੋ ਚ, ਉਹ ਬਹੁਤ ਵਧੀਆ ਕਵਿਤਾ ਲਿਖਦੀ ਆ। ਠੀਕ ਠੀਕ, ਤੁਹਾਡਾ ਸੰਪਰਕ ਇਹਨਾਂ ਸਾਰਿਆਂ ਨਾਲ ਹੈਗਾ? ਹਾਂਜੀ, ਬਹੁਤ ਸਾਰੀਆਂ ਔਰਤਾਂ ਜਿਹੜੀਆਂ ਆ ਉਹ ਕਵਿਤਾ ਲਿਖਦੀਆਂ। ਜਾਣੀ ਕਿ ਪੁਰਾਣਿਆਂ ਚੋਂ ਅੰਮ੍ਰਿਤਾ ਪ੍ਰੀਤਮ ਮੈਂ ਬਹੁਤ ਪੜ੍ਹਿਆ। ਠੀਕ ਹੈ ਠੀਕ ਹੈ। ਬਾਕੀ ਲਾਲ ਸਿੰਘ ਦਿਲ, ਤੁਸੀਂ ਸ਼ੁਰੂ ਚ ਦੱਸਿਆ ਜੀ ਤੁਸੀਂ ਆਰਟੀਕਲ ਲਿਖਣੇ ਸ਼ੁਰੂ ਕੀਤੇ, ਫਿਰ ਤੁਸੀਂ ਕਹਾਣੀ ਵੀ ਲਿਖਣੀ ਸ਼ੁਰੂ ਕੀਤੀ, ਹੁਣ ਤੁਸੀਂ ਕਵਿਤਾ ਤੇ ਆਪਦਾ ਪੂਰਾ ਫੋਕਸ ਕੀਤਾ ਹੈ। ਹੁਣ ਨਹੀਂ ਕਹਾਣੀਆਂ ਲਿਖਦੇ ਜਾਂ ਹੁਣ ਨਹੀਂ ਤੁਸੀਂ ਆਰਟੀਕਲ ਲਿਖਦੇ? ਹੁਣ ਕਹਾਣੀਆਂ ਮੈਂ ਕਦੇ ਕਦੇ ਲਿਖਦੀ ਹਾਂ, ਪਰ ਉਹ ਕਈ ਵਾਰੀ ਉਹਦਾ ਕੰਮ ਲੰਬਾ ਹੁੰਦਾ ਆ, ਕਈ ਵਾਰੀ ਉਹ ਛਪਾਈਆਂ ਹੀ ਨਹੀਂ ਕਹਾਣੀਆਂ। ਬਹੁਤ ਸਾਰੀਆਂ ਕਹਾਣੀਆਂ ਲਿਖੀਆਂ ਪਈਆਂ ਆ ਹਨਾ। ਹਾਂ, ਤੇ ਹੁਣ ਪਰ ਇਹ ਕਵਿਤਾ ਦਾ ਸੌਖਾ ਹੁੰਦਾ ਆ। ਜਿੱਦਾਂ ਹੁਣ ਅੱਜ ਤੁਸੀਂ ਮੈਨੂੰ ਰਾਤੀ ਫੋਨ ਕੀਤਾ ਤੇ ਮੇਰੇ ਦਿਮਾਗ ਦੇ ਵਿੱਚ ਆਈਡੀਆ ਸੀ ਤੇ ਅੱਜ ਮੈਂ ਬਹਿ ਕੇ ਉਹ ਕਵਿਤਾ ਲਿਖ ਦਿੱਤੀ। ਕਿਹੜੀ ਕਵਿਤਾ? ਮੈਂ ਅੱਜ ਕਵਿਤਾ ਨਵੀਂ ਲਿਖੀ, ਅੱਤਵਾਦੀ। ਉਹੀ ਸੁਣਾ ਦਿਓ ਫਿਰ ਅੱਜ ਤੁਸੀਂ ਸਾਨੂੰ। ਹਾਂਜੀ, ਮੈਂ ਤੁਹਾਨੂੰ ਉਹ ਕਵਿਤਾ ਸੁਣਾਉਂਦੀ ਹਾਂ। ਕਿਉਂਕਿ ਜਿਹੜਾ ਹੈਗਾ ਆ ਆਪਣੀ ਹੋਂਦ ਨੂੰ, ਆਪਣੀਆਂ ਫਸਲਾਂ ਤੇ ਨਸਲਾਂ ਨੂੰ ਬਚਾਉਣ ਲਈ ਜਿਹੜੇ ਲੋਕ ਲੜਦੇ ਆ ਤੇ ਉਹਨਾਂ ਨੂੰ ਅੱਤਵਾਦੀ ਕਿਹਾ ਜਾ ਰਿਹਾ। ਬਿਲਕੁਲ ਜੀ, ਕਿਸਾਨੀ ਅੰਦੋਲਨ ਨੂੰ ਕਿਹਾ ਜਾਂਦਾ ਵਾ ਕਿ ਇਹ ਅੱਤਵਾਦੀ ਆ, ਇਹ ਖਾਲਿਸਤਾਨੀ ਆ, ਇਹ ਅਰਬਨ ਨਕਸਲ ਹੈ, ਵੱਖਰੇ ਵੱਖਰੇ ਨਾਵਾਂ ਨਾਲ ਸੰਬੋਧਨ ਕੀਤਾ ਗਿਆ ਹੈਗਾ। ਤੇ ਪਰ ਕਿਸਾਨਾਂ ਨੇ ਸਾਬਤ ਕਰਤਾ ਕਿ ਅਸੀਂ ਸਿਰ ਜਿਹੜੀਆਂ ਲੜਾਈ ਲੜ ਰਹੇ ਹਾਂ ਕੇਂਦਰ ਸਰਕਾਰ ਦੇ ਖਿਲਾਫ, ਉਹ ਨਿਰੋਲ ਕਿਸਾਨੀ ਦੀ ਹੈ। ਵਿਚਾਰਧਾਰਾ ਕਿਸੇ ਦੀ ਕੋਈ ਵੀ ਹੋ ਸਕਦੀ ਆ, ਪਰ ਸਾਡਾ ਜਿਹੜਾ ਮੁੱਖ ਨਿਸ਼ਾਨਾ ਇਸ ਵੇਲੇ ਕੇਂਦਰ ਸਰਕਾਰ ਤੋਂ ਉਹ ਕਾਲੇ ਕਾਨੂੰਨ ਵਾਪਸ ਕਰਵਾਉਣ ਦਾ ਜਿਨ੍ਹਾਂ ਨੇ ਸਾਡੀ ਹੋਂਦ ਲਈ ਵੰਗਾਰ ਬਣਾਈ ਹੈ। ਹਾਂ, ਤੁਸੀਂ ਕਵਿਤਾ ਉਹਦੇ ਤੇ ਲਿਖੀ, ਜ਼ਰੂਰ ਚੰਗੀ ਗੱਲ ਹੋਊਗੀ, ਸੁਣਾਓ ਸਾਨੂੰ। ਹਾਂਜੀ, ਅੱਗੇ ਲਿਖੀ ਹੈ ਜੇ। ਠੀਕ ਹੈ ਜੀ, ਠੀਕ ਹੈ ਜੀ। ਦੁਸ਼ਮਣ ਦੇ ਖੇਮੇ ਚ ਮਨਾਏ ਜਾ ਰਹੇ ਸਨ ਜਿੱਤ ਦੇ ਜਸ਼ਨ। ਹਾਂਜੀ ਹਾਂਜੀ। ਢੇਰੀ ਜੋ ਕਰ ਦਿੱਤੇ ਸਨ ਦੋ ਹੋਰ, ਮਾਓਵਾਦੀ, ਨਕਸਲੀ, ਵੱਖਵਾਦੀ ਤੇ ਅੱਤਵਾਦੀ। ਲੜ ਰਹੇ ਸਨ ਜੋ ਖੁੱਲੇ ਅਸਮਾਨ ਚ ਟਰੈਕਟਰਾਂ ਨੂੰ ਤੋਪਾਂ ਬਣਾ ਤੇ ਟਰਾਲੀਆਂ ਨੂੰ ਬੰਕਰ ਬਣਾ ਪਈਆਂ ਸਨ ਜਿਨ੍ਹਾਂ ਛਾਉਣੀਆਂ ਦਿੱਲੀ ਦੇ ਬਾਰਡਰਾਂ ਤੇ। ਚਾਂਦਨੀ ਚੌਂਕ ਦੀ ਮਿੱਟੀ ਨੂੰ ਚੁੰਮ ਰੋਜ਼ ਸ਼ਹੀਦੀ ਦਾ ਜਾਮ ਪੀਣ ਵਾਲੇ ਮੁੱਛ ਫੁੱਟ ਗੱਭਰੂਆਂ ਤੋਂ ਲੈ ਕੇ ਬੁੱਢੇ ਬਾਪੂਆਂ ਦੀਆਂ ਲੋਥਾਂ ਜਾ ਰਹੀਆਂ ਸਨ ਰੋਜ਼ ਪੰਜਾਬ ਨੂੰ। ਬਾਲੀਵੁੱਡ ਦੀਆਂ ਕੁਝ ਬੀਬੀਆਂ, ਹਾਕਮ ਤੇ ਗੋਦੀ ਮੀਡੀਆ ਦੱਸ ਰਿਹਾ ਸੀ ਰੋਜ਼ ਇਹਨਾਂ ਅੱਤਵਾਦੀਆਂ ਬਾਰੇ ਕਿ ਕਿੰਨੇ ਖਤਰਨਾਕ ਹਨ। ਇਹ ਦੁਨੀਆ ਦੇ ਕਿਤੇ ਵੀ ਵਿਪਤਾ ਪਵੇ ਤਾਂ ਦਵਾਈਆਂ, ਖਾਦ ਸਮੱਗਰੀ ਤੇ ਕੱਪੜਾ ਲੱਤਾ ਲੈ ਝੱਟ ਪਹੁੰਚ ਜਾਂਦੇ ਨੇ ਇਹ ਅੱਤਵਾਦੀ। ਬਿਲਕੁਲ। ਭਾਈ ਕਨਈਏ ਦੇ ਬਾਤ ਕਹਾਉਂਦੇ ਕਿੰਨੇ ਸਿਰ ਫਿਰੇ ਹਨ ਇਹ ਲੋਕ, ਆਪਣੇ ਤੇ ਹੀ ਡਾਂਗਾ ਭਰਾਉਣ ਵਾਲੇ ਪੁਲਸੀਆਂ ਨੂੰ ਵੀ ਪੰਗਤ ਚ ਬੈਠ ਚੁਕਾਉਂਦੇ ਹਨ ਬੜੇ ਪਿਆਰ ਨਾਲ ਪ੍ਰਸ਼ਾਦਾ। ਬਹੁਤ ਖੂਬ। ਬੜੇ ਸ਼ਾਤਰ ਹਨ ਇਹ ਲੋਕ, ਆਪਣੇ ਹੀ ਬਣਾਏ ਰਹਿਣ ਬਸੇਰਿਆਂ ਦੁਆਲੇ ਰਹਿੰਦੇ, ਲਾਕਡਾਊਨ ਦੀ ਮਾਰ ਝੱਲਦੇ ਭੁੱਖੇ ਢਿੱਡਾਂ ਨੂੰ ਰਜਾ ਆਪਣੇ ਵੱਲ ਕਰਦੇ ਹਨ ਇਹ ਅੱਤਵਾਦੀ। ਬਹੁਤ ਖੂਬ, ਬਹੁਤ ਵਧੀਆ, ਬਹੁਤ ਵਧੀਆ ਹਨ ਇਹਨਾਂ ਦੇ ਲੜਨ ਦੇ ਢੰਗ ਹਥਿਆਰਾਂ ਨਾਲ ਨਹੀਂ ਸਗੋਂ ਕਿਤਾਬਾਂ ਦੇ ਲੰਗਰ ਲਾ ਕਿਸਮਤਵਾਦ ਅਗਿਆਨਤਾ ਦੂਰ ਭਜਾ ਗਿਆਨ ਦੀ ਜੋਤ ਜਗਾ ਲੋਕਾਂ ਨੂੰ ਆਪਣੀ ਮੰਦਹਾਲੀ ਦਾ ਕਾਰਨ ਸਮਝਾਉਂਦੇ ਹਨ ਇਹ ਅੱਤਵਾਦੀ। ਬਹੁਤ ਖੂਬ, ਬਹੁਤ ਖੂਬ। ਇਸ ਲਹਿਰ ਦਾ ਤੁਸੀਂ ਇੱਕ ਇੱਕ ਅੰਗ ਜਿਹੜਾ ਉਹ ਪੇਸ਼ ਕੀਤਾ ਇਸ ਕਵਿਤਾ 'ਚ, ਬਹੁਤ ਖੂਬ। ਹਾਂਜੀ। ਅਜੀਤ ਜੁਝਾਰ ਭਗਤ ਸਰਾਭਿਆਂ ਦੇ ਵਾਸ ਜੰਮਦੀਆਂ 16 ਦੇ ਮੂੰਹ ਤਿੱਖੇ ਹਨ ਇਹਨਾਂ ਦੇ ਬੱਚਿਆਂ ਦੇ, ਤੇ ਮਾਈ ਭਾਗੋ ਤੇ ਮਾਤਾ ਗੁਜਰੀ ਦੀਆਂ ਵਾਸ ਇਹਨਾਂ ਦੀਆਂ ਧੀਆਂ, ਮਾਵਾਂ, ਭੈਣਾਂ ਆਤਮਾ ਦੀ ਅੱਖਾਂ 'ਚ ਅੱਖ ਪਾ ਬੰਗਾਰਨ ਲੱਗੀਆਂ ਹਨ ਇਹ ਅੱਤਵਾਦੀਆਂ। ਬਹੁਤ ਖੂਬ। ਤੁਸੀਂ ਸੋਚੋ ਕਿੰਨੇ ਖਤਰਨਾਕ ਹਨ ਇਹ ਲੋਕ ਕਿ ਰਾਸ਼ਟਰ ਵਿਰੋਧੀ ਕਹਿ ਅਲੱਗ ਅਲੱਗ ਕੀਤੇ ਮੁਸਲਮਾਨ ਇਹਨਾਂ ਦੇ ਮੋਰਚਿਆਂ 'ਚ ਲਗਾਉਂਦੇ ਨੇ ਲੰਗਰ। ਸੁਣਦਾ ਹੀ ਨਹੀਂ ਕੋਈ
ਜ਼ੋਰ ਤਾਂ ਬਥੇਰਾ ਲਾਇਆ ਸੀ ਝੰਡੀ ਪ੍ਰਚਾਰ ਕਰਕੇ ਕਿ ਮਾਪ ਖੋਲਣ ਵਾਲੇ ਤੇ ਪੀਜ਼ਾ ਬਰਗਰ ਖਾਂਦੇ ਅੰਗਰੇਜ਼ੀ ਬੋਲਦੇ ਹਰਕਤ ਨਹੀਂ ਹੋ ਸਕਦੇ ਦੇਸ਼ ਕਿਸਾਨ। ਠੀਕ ਹੈ। ਸੋਸ਼ਲ ਮੀਡੀਆ ਤੇ ਧੁੰਮਾਂ ਪਾਉਣ ਵਾਲੇ ਇਹਨਾਂ ਅੱਤਵਾਦੀਆਂ ਦੀ ਪਹੁੰਚ ਦੀ ਥਾਂ ਨਹੀਂ ਹੈ ਕੋਈ। ਦੁਨੀਆ ਭਰ ਦੇ ਦੇਸ਼ਾਂ ਵਿਦੇਸ਼ਾਂ ਤੋਂ ਲੈ UN ਤੱਕ ਪਹੁੰਚ ਫਟਕਾਰ ਪਾਉਂਦੇ ਹਨ ਇਹ ਅੱਤਵਾਦੀ ਦੇਸ਼ ਦੇ ਹਾਕਮਾਂ ਨੂੰ। ਦੇਸ਼ ਦੇ ਹਾਕਮਾਂ ਲਈ ਵੰਗਾਰ ਖੜੀ ਕੀਤੀ ਪਈ ਆ। ਹਾਂਜੀ, ਬੜੀ ਮੁਸ਼ਕਲ ਨਾਲ ਵੰਡਿਆ ਸੀ ਦੇਸ਼ ਨੂੰ। ਦੇਸ਼ ਦਾ ਅੰਨਦਾਤਾ ਕਹਾਉਂਦੇ, ਦੇਸ਼ ਦੇ ਹਰ ਕੋਨੇ 'ਚ ਏਕੇ ਦਾ ਦੀਪ ਐਸਾ ਜਗਾਉਂਦੇ ਕਿ ਫੌਜੀਆਂ ਚਾਲਾਂ ਚੱਲ ਬਦਨਾਮ ਕਰਕੇ ਵੀ ਭੰਨ ਨਾ ਸਕੇ ਇਹਨਾਂ ਦੀ ਤਾਕਤ। ਤੁਸੀਂ ਹੀ ਸੋਚੋ ਕਿੰਨੇ ਖਤਰਨਾਕ ਹਨ ਇਹ ਅੱਤਵਾਦੀ ਜੋ ਲੜ ਰਹੇ ਹਨ, ਮਰ ਰਹੇ ਹਨ, ਪਰ ਝੁਕ ਨਹੀਂ ਰਹੇ, ਸਗੋਂ ਆਪਣੇ ਰਹਿਨੁਮਾ ਦੀ ਸੱਚੀ ਸੁੱਚੀ ਅਗਵਾਈ 'ਚ ਅੱਗੇ ਹੀ ਵੱਧ ਰਹੇ ਹਨ। ਸੱਚੀ ਬਹੁਤ ਖਤਰਨਾਕ ਹਨ ਇਹ ਅੱਤਵਾਦੀ, ਬਹੁਤ ਖਤਰਨਾਕ ਹਨ ਇਹ ਅੱਤਵਾਦੀ। ਬਹੁਤ ਖੂਬ। ਜਸਵੀਰ ਜੀ, ਇੱਕ ਸਵਾਲ ਮੈਂ ਤੁਹਾਨੂੰ ਪੁੱਛਣਾ। ਤੁਸੀਂ ਦੱਸਿਆ ਸੀ ਜਦੋਂ ਸ਼ੁਰੂ ਵਿੱਚ ਤੁਸੀਂ ਕਵਿਤਾ ਲਿਖਣੀ ਸ਼ੁਰੂ ਕੀਤੀ ਤੇ ਤੁਹਾਡੀ ਕਵਿਤਾ ਦਾ ਵਿਸ਼ਾ ਔਰਤ ਦੇ ਆਲੇ ਦੁਆਲੇ ਘੁੰਮਦਾ ਸੀ। ਜਦੋਂ ਤੁਸੀਂ ਹੁਣ ਕਵਿਤਾ ਲਿਖਦੇ ਆ, ਤੁਸੀਂ ਪੜ੍ਹਾਉਂਦੇ ਹੋ ਜਾਂ ਸੁਣਾਉਂਦੇ ਹੋ ਹਸਬੈਂਡ ਨੂੰ? ਹਾਂਜੀ, ਉਹ ਮੈਨੂੰ ਬਹੁਤ ਸਲਾਹ ਵੀ ਦਿੰਦੇ ਆ ਨਹੀਂ ਏਦਾਂ ਲਿਖ, ਆਹ ਗੱਲ ਜਿਹੜੀ ਤੇਰੀ ਬਹੁਤ ਵਧੀਆ ਆ, ਇਹਨੂੰ ਏਦਾਂ ਕੀਤਾ ਜਾ ਸਕਦਾ ਆ। ਮੈਂ ਹੀ ਹਰ ਚੀਜ਼, ਮੈਂ ਕੁਛ ਵੀ ਲਿਖਾਂ, ਕਵਿਤਾ ਲਿਖਾਂ, ਕਹਾਣੀ ਲਿਖਾਂ, ਤੇ ਮੈਂ ਉਹਨਾਂ ਨਾਲ ਸਾਂਝੀ ਕਰਦੀ ਆ। ਤੇ ਉਹਨਾਂ ਨੂੰ ਵੀ ਸ਼ੌਕ ਹੈ ਲਿਖਣ ਦਾ? ਨਹੀਂ, ਉਹਨਾਂ ਨੂੰ ਸੁਣਨੇ ਦਾ ਸ਼ੌਕ ਹੈਗਾ, ਪੜ੍ਹਨੇ ਦਾ ਹੈਗਾ। ਪੜ੍ਹਨ ਦਾ ਤੇ ਸੁਣਨ ਦਾ ਸ਼ੌਕ ਹੈ। ਬੜੀ ਸਰੋਤੇ ਹੋਣਾ ਵੀ ਬੜੀ ਵੱਡੀ ਗੱਲ ਹੈ ਜੀ। ਕਈ ਤੇ ਸੁਣਦੇ ਹੀ ਨਹੀਂ। ਠੀਕ ਹੈ ਨਾ। ਨਾਲੇ ਕਵਿਤਾ ਜਿਹੜੀ ਸੁਣਨੀ ਬੜੀ ਔਖੀ ਹੈ ਜੀ। ਕਵਿਤਾ ਦੇ ਵਿੱਚ ਹੁੰਦਾ ਵੀ ਕਵੀ ਦਾ ਅੰਤਰੀਵ ਭਾਵ ਹੁੰਦਾ ਕੁਛ ਹੋਰ, ਸ਼ਬਦ ਕਈ ਵਾਰੀ ਕੁਛ ਹੋਰ ਹੁੰਦੇ ਆ, ਮਕਸਦ ਅੰਦਰ ਲੁਕਿਆ ਹੋਇਆ ਕੁਛ ਹੋਰ ਹੁੰਦਾ, ਜਿਹਨੂੰ ਉਹ ਸ਼ਬਦਾਂ ਵਿੱਚ ਸ਼ਿੰਗਾਰ ਕੇ ਲਪੇਟ ਕੇ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਉਹ ਪੇਸ਼ ਕਰਦੇ ਹੁੰਦੇ ਆ, ਤੇ ਕਈ ਵਾਰੀ ਮੇਰੇ ਵਰਗੇ ਦੇ ਸਮਝ ਨਹੀਂ ਆਉਂਦੀ। ਠੀਕ ਹੈ ਜੀ। ਤੇ ਉਹ ਚੰਗਾ ਸਰੋਤਾ ਸਾਬਤ ਹੋ ਜਾਂਦਾ ਵਿਅਕਤੀ ਕੋਈ ਵੀ ਹੈ ਜਿਹੜਾ ਸੁਣਨ ਦੀ ਮੱਸ ਰੱਖਦਾ, ਸੁਣਨਾ ਚਾਹੁੰਦਾ। ਜੇ ਸੁਣਨਾ ਹੀ ਨਹੀਂ ਚਾਹੁੰਦਾ, ਕੰਨ ਭਲੇਟ ਲੈਂਦਾ, ਤੇ ਸ਼ਾਇਦ ਫਿਰ ਉਹ ਤਾਂ ਮੇਰੀ ਹਰ ਲਿਖਤ ਆ, ਮੇਰੀ ਹਰ ਰਚਨਾ ਨੂੰ ਉਹ ਸੁਣਦੇ ਆ, ਉਹਨੂੰ ਪਿਆਰਦੇ ਆ, ਤੇ ਉਹ ਮੈਨੂੰ ਜੋ ਉਹਨਾਂ ਨੂੰ ਲੱਗਦਾ ਆ ਤੇ ਉਹ ਮੈਨੂੰ ਸਲਾਹ ਵੀ ਦਿੰਦੇ ਆ। ਠੀਕ ਆ। ਨਹੀਂ, ਮੈਂ ਦੇਖਿਆ ਜੀ ਉਹ ਤੁਹਾਡੇ ਨਾਲ ਪ੍ਰੋਗਰਾਮਾਂ ਦੇ ਵਿੱਚ ਪਹੁੰਚਦੇ ਆ, ਇੰਨੇ ਰੁਝੇਵੇਂ ਆ ਉਹਨਾਂ ਦੇ ਆਪਦੇ ਕਿੱਤੇ ਵਾਲੇ, ਤੇ ਉਹਦੇ 'ਚੋਂ ਵੀ ਸਮਾਂ ਕੱਢ ਕੇ ਉਹ ਤੁਹਾਨੂੰ ਬਹੁਤ ਵੱਡੀ ਸਪੋਰਟ ਹੈ ਇੱਕ ਕਿਸਮ ਦੀ, ਜਦੋਂ ਤੁਹਾਨੂੰ ਨਾਲ ਲੈ ਕੇ ਉਹ ਕਿਸੇ ਵੀ ਸਮਾਗਮ ਵਿੱਚ ਪਹੁੰਚ ਜਾਂਦੇ ਆ। ਇੱਕ ਬੜੀ ਵੱਡੀ ਗੱਲ ਹੈ। ਅੱਛਾ ਜੀ, ਹੁਣ ਤੁਸੀਂ ਦੱਸੋ ਤੁਹਾਡੇ ਪਰਿਵਾਰ ਦੇ ਵਿੱਚ ਜਿਹੜੇ ਹੋਰ ਤੁਹਾਡੇ ਭੈਣ ਭਰਾ ਹੈਗੇ ਆ, ਉਹਨਾਂ ਵਿੱਚ ਵੀ ਇਸ ਤਰੀਕੇ ਦੀ ਕੋਈ ਹੈਗੀ ਆ ਕਵਿਤਾ ਲਿਖਣ ਦੀ ਜਾਂ ਕਹਾਣੀ ਲਿਖਣ ਦੀ ਮੱਸ ਹੈਗੀ? ਉਹਨਾਂ ਨੂੰ ਵੀ ਕੋਈ ਸ਼ੌਕ ਹੈਗਾ? ਐਕਚੁਅਲੀ ਮੇਰਾ ਭਰਾ ਜਿਹੜਾ ਕੁਲਵੀਰ ਮੰਗੂਵਾਲਿਆ, ਉਹ ਨਾਟਕ ਕਰਦਾ ਰਿਹਾ ਆ। ਪਹਿਲਾਂ ਲਿਖਦਾ ਹੁੰਦਾ ਸੀ, ਪਰ ਜਦੋਂ ਦਾ ਉਹ ਕੈਨੇਡਾ ਆਇਆ, ਇੱਥੇ ਆ ਕੇ ਉਹ ਆਪਣੇ ਕੰਮਾਂ ਦੇ ਰੁਝੇਵਿਆਂ ਦੇ ਵਿੱਚ ਉਹ ਤਰੱਕੀ ਸੁਸਾਇਟੀ ਨਾਲ ਜੁੜਿਆ ਆ। ਉਹ ਹੋਰ ਜਿੰਨੇ ਵੀ ਰਾਜਸੀ ਪ੍ਰੋਗਰਾਮ ਹੁੰਦੇ ਆ, ਉਹਨਾਂ ਦੇ ਵਿੱਚ ਉਹ ਸਾਡਾ ਸਾਰਾ ਪਰਿਵਾਰ ਜਾਂਦਾ ਆ। ਪਰ ਉਹ ਹੁਣ ਕਵਿਤਾ ਨਹੀਂ ਲਿਖਦਾ। ਮੇਰੇ ਚਾਚੇ ਦਾ ਇੱਕ ਮੁੰਡਾ ਆ ਨਰਿੰਦਰ ਮੰਗੂਵਾਲ, ਉਹ ਕਵਿਤਾ ਲਿਖਦਾ। ਵੈਰੀ ਗੁੱਡ। ਤੁਹਾਡੇ ਬੱਚੇ ਬੇਸ਼ੱਕ ਛੋਟੇ ਆ ਜਸਵੀਰ ਜੀ, ਤੁਹਾਡੇ ਬੱਚੇ ਬੇਸ਼ੱਕ ਛੋਟੇ ਆ, ਉਹਨਾਂ ਨੇ ਕਦੀ ਕਿਹਾ ਨਹੀਂ ਕਿ ਮੰਮੀ ਸਾਡੀ ਕੀ ਬੋਲੀ ਜਾਂਦੀ ਹੈ? ਕਿਉਂਕਿ ਉਹ ਇੱਥੇ ਪੈਦਾ ਹੋਏ, ਜੰਪਲ ਇੱਥੋਂ ਦੇ ਆ, ਉਹਨਾਂ ਨੂੰ ਸ਼ਾਇਦ ਉਸ ਤਰੀਕੇ ਦੀਆਂ ਗੱਲਾਂ ਨਹੀਂ ਪਤਾ ਹੁੰਦੀਆਂ ਇੱਥੋਂ ਦੇ ਜੰਪਲ ਬੱਚਿਆਂ ਨੂੰ। ਪਰ ਜਦੋਂ ਘਰ ਦੇ ਵਿੱਚ ਮਾਹੌਲ ਸਾਹਿਤਕ ਹੋਵੇ, ਕ੍ਰਾਂਤੀਕਾਰੀ ਵਿਚਾਰਾਂ ਦੀ ਗੱਲ ਹੁੰਦੀ ਹੋਵੇ, ਤੇ ਬੱਚਿਆਂ ਤੇ ਪ੍ਰਭਾਵ ਤਾਂ ਕੁਦਰਤੀ ਹੈ ਪੈਣਾ। ਕੀ ਕਹਿੰਦੇ ਬੱਚੇ? ਬੇਟੀ ਪੰਜਾਬੀ 'ਚ ਤਾਂ ਨਹੀਂ, ਮੇਰੀ ਬੇਟੀ ਵੀ ਕਵਿਤਾ ਲਿਖ ਲੈਂਦੀ ਇੰਗਲਿਸ਼ ਦੇ ਵਿੱਚ। ਉਹਨੂੰ ਕਵਿਤਾਵਾਂ, ਚੰਗੀਆਂ ਕਵਿਤਾਵਾਂ ਲਿਖੀਆਂ, ਤੇ ਮੇਰੇ ਬੇਟੇ ਨੇ ਵੀ ਇੱਕ ਦੋ ਕਵਿਤਾਵਾਂ ਲਿਖੀਆਂ, ਪਰ ਉਹਨਾਂ ਨੇ ਪੰਜਾਬੀ 'ਚ ਨਹੀਂ ਲਿਖੀਆਂ, ਅੰਗਰੇਜ਼ੀ 'ਚ ਲਿਖੀਆਂ। ਤੇ ਬਾਕੀ ਉਹ ਸਮਝਦੇ ਸਾਰਾ ਕੁਛ ਹੀ ਆ। ਅੱਛਾ ਜੀ। ਹੋ ਰਿਹਾ ਆ ਜੋ ਵੀ ਰੇਸਿਜ਼ਮ ਤੇ ਕੀ ਹੋ ਰਿਹਾ ਆ, ਆਲੇ ਦੁਆਲੇ ਸਮਾਜ ਦੇ ਵਿੱਚ ਕੀ ਵਾਪਰਦਾ ਆ, ਤੇ ਕਈ ਵਾਰੀ ਤੁਹਾਨੂੰ ਬੱਚੇ ਹੈਰਾਨ ਵੀ ਕਰ ਦਿੰਦੇ ਆ। ਤੇ ਮੇਰੀ ਬੇਟੀ ਕਹਿੰਦੀ, ਮੰਮਾ ਅਸਾਂ ਨੇ ਉਹ ਜਿਹੜੀਆਂ ਪਟੀਸ਼ਨਾਂ ਤਾਂ ਸਾਈਨ ਕਰ ਦਿੱਤੀਆਂ ਕਿਸਾਨਾਂ ਦੇ ਹੱਕ ਦੇ ਵਿੱਚ, ਅਸੀਂ ਹੋਰ ਕੀ ਕਰ ਸਕਦੇ ਆ। ਮੈਨੂੰ ਬੜੀ ਖੁਸ਼ੀ ਹੋਈ, ਤੇ ਮੈਂ ਉਹਨੂੰ ਜਦੋਂ ਕਿਹਾ ਕਿ ਮੈਨੂੰ ਚੰਗਾ ਲੱਗਿਆ ਕਿ ਤੂੰ ਏਦਾਂ ਸੋਚਦੀ ਆ। ਉਸ ਉਮਰ 'ਚ ਮੈਂ ਵੀ ਏਦਾਂ ਦੀਆਂ ਗੱਲਾਂ ਸੋਚਦੀ ਹੁੰਦੀ ਸੀਗੀ। ਤੇ ਉਹ ਕਹਿੰਦੇ, ਨਹੀਂ ਮੰਮਾ, ਹੁਣ ਸਾਡੀ ਜਿਹੜੀ ਪੀੜ੍ਹੀ ਆ ਉਹ ਬਹੁਤ ਸੁਚੇਤ ਹੋ ਗਈ ਆ, ਉਹਨੂੰ ਪਤਾ ਆ ਵੀ ਸਮਾਜ ਦੇ ਵਿੱਚ ਕੀ ਵਾਪਰਦਾ। ਬਿਲਕੁਲ ਜੀ, ਤੁਸੀਂ ਦੇਖਿਆ ਹੋਣਾ ਵਾ। ਤਾਂ ਕੋਈ ਜਿਹੜੇ ਇੱਥੇ ਦੀਆਂ
ਹੈਗੇ ਮੂਲ ਵਾਸੀਆਂ ਦੀਆਂ ਬੱਚੀਆਂ ਜਿਹੜੀਆਂ ਆ ਉਹ ਰੋਜ਼ ਮਿਸਿੰਗ ਹੋ ਰਹੀਆਂ ਆ, ਤਾਂ ਕਈ ਵਾਰੀ ਬਹੁਤ ਉਦਾਸ ਹੋ ਜਾਂਦੀ ਆ, ਉਹਨਾਂ ਬਾਰੇ ਸੋਚਦੀ ਆ। ਤੇ ਮੈਨੂੰ ਚੰਗਾ ਵੀ ਲੱਗਦਾ ਆ ਕਿ ਇਹਨਾਂ ਨੂੰ ਜਿਹੜੀ ਸੋਝੀ ਹੈਗੀ ਆ, ਕਿਉਂਕਿ ਹਰ ਬੰਦਾ ਚਾਹੁੰਦਾ ਆ ਕਿ ਮੇਰੇ ਬੱਚੇ ਮੇਰੀ ਸੋਚ ਦੇ ਧਾਰਨੀ ਬਣ। ਬਿਲਕੁਲ ਬਿਲਕੁਲ ਠੀਕ ਹੈ। ਅੱਛਾ, ਕੋਈ ਬਚਪਨ ਦੀ ਗੱਲ ਹੋਰ ਸੁਣਾਓ ਜੀ, ਕੋਈ ਤੁਹਾਡੇ ਸਹਿਪਾਠੀ ਲੜਕੇ ਜਾਂ ਲੜਕੀਆਂ ਉਦੋਂ ਤੁਹਾਡੀ ਸੋਚ ਦੇ ਨਾਲ ਮੇਲ ਖਾਂਦੀ ਸੋਚ ਵਾਲੇ ਹੋਣ, ਜਿਨ੍ਹਾਂ ਦੇ ਨਾਲ ਤੁਹਾਨੂੰ ਅੱਜ ਵੀ ਯਾਦ ਹੋਵੇ ਕਿ ਉਹਨੇ ਕੋਈ ਇਹ ਕਵਿਤਾ ਲਿਖੀ ਸੀ, ਉਹਨੇ ਕਿਸੇ ਇਸ ਨਾਟਕ ਵਿੱਚ ਆਹ ਰੋਲ ਕੀਤਾ ਸੀ, ਤੁਸੀਂ ਵੀ ਨਾਟਕਾਂ 'ਚ ਰੋਲ ਕਰਦੇ ਰਹੇ ਹੋ। ਕੋਈ ਪੁਰਾਣੀ ਗੱਲ, ਕੋਈ ਇੰਡੀਆ ਵਾਲੀ, ਮੰਗੂਵਾਲ ਦੀ, ਨਵੇਂ ਸ਼ਹਿਰ ਬੰਗਿਆਂ ਦੀ, ਉਹ ਗੱਲ ਕੋਈ ਸਾਂਝੀ ਕਰਨੀ ਚਾਹੋ ਤਾਂ। ਐਕਚੁਅਲੀ ਜਦੋਂ ਮੈਂ ਕਾਲਜ ਗਈ ਆ ਉਸ ਵੇਲੇ ਜਿਹੜੀ ਸਟੂਡੈਂਟ ਦੁਨੀਆ ਨੂੰ ਬਹੁਤੀ ਨਹੀਂ ਸੀ ਹੁੰਦੀ। ਅਸੀਂ ਇੱਕ ਵਾਰੀ ਦੀ ਮੈਨੂੰ ਚੇਤਾ ਆ ਕਿ ਅਸੀਂ ਆਪਣੇ ਕਾਲਜ ਦੇ ਵਿੱਚ, ਮੈਂ ਇੱਕ ਵਾਰੀ ਬੰਗੇ ਕਾਲਜ ਦੇ ਵਿੱਚ ਸਟ੍ਰਾਈਕ ਕਰਵਾਈ ਸੀ ਫੀਸਾਂ ਨੂੰ ਲੈ ਕੇ। ਐਸਐਨ ਕਾਲਜ ਦੇ ਨਾਲ ਹੀ ਸੀ ਸਾਡੇ, ਉੱਥੇ ਮੇਰਾ ਬ੍ਰਦਰ ਕੰਮ ਕਰਦੇ ਸੀ, ਉਹ ਸਟੂਡੈਂਟ ਯੂਨੀਅਨ 'ਚ ਕੰਮ ਕਰਦਾ ਹੁੰਦਾ ਸੀ। ਉਹਨਾਂ ਦੇ ਨਾਲ ਲੱਗ ਕੇ ਅਸੀਂ ਵੀ ਕਰਾਈ ਸੀ। ਤੇ ਉਹ ਮੈਨੂੰ ਸਾਡੇ ਉੱਥੇ ਆਫਿਸ ਦੇ ਵਿੱਚ ਕੰਮ ਕਰਦੇ ਸੀਗੇ, ਉਹ ਮੈਨੂੰ ਆ ਕੇ ਕਹਿੰਦੇ ਜਸਵੀਰ ਕੌਰੇ ਉੱਠ ਖੜ, ਨਹੀਂ ਤਾਂ ਪ੍ਰਿੰਸੀਪਲ ਮੈਡਮ ਨੇ ਪੁਲਿਸ ਬੁਲਾ ਲਈ ਆ। ਮੈਂ ਕਿਹਾ ਹੁਣ ਤਾਂ ਅਸੀਂ ਸਾਰਿਆਂ ਦੇ ਨਾਲ ਹੀ ਬੈਠੇ ਆ, ਪੁਲਿਸ ਬੁਲਾ ਲਵੇ, ਕੋਈ ਵੀ ਬੁਲਾ ਲਵੇ, ਤੇ ਅਸੀਂ ਹੁਣ ਉੱਠਣ ਵਾਲੇ ਨਹੀਂ ਹੈਗੇ। ਠੀਕ ਹੈ, ਠੀਕ ਹੈ। ਉਹ ਮੈਨੂੰ ਯਾਦ ਆ। ਫਿਰ ਕੀ ਹੋਇਆ, ਤੇ ਇੱਕ ਕਿਸੇ ਮੁੰਡੇ ਨੇ ਬਾਹਰੋਂ ਆ ਕੇ, ਉਹ ਜਿਹੜਾ ਸਾਡੇ ਗੇਟਕੀਪਰ ਬੈਠਾ ਸੀ, ਉਹਦੇ ਬੱਟਾ ਮਾਰ ਦਿੱਤਾ। ਤੇ ਮੇਰਾ ਭਰਾ ਵੀ ਉਹ ਮੁੰਡਿਆਂ ਦੇ ਨਾਲ ਸੀ, ਪਰ ਇੱਕ ਚੰਗਾ ਪ੍ਰਭਾਵ ਸੀ ਸਾਡਾ ਦੋਨਾਂ ਦਾ ਕਾਲਜ ਦੇ ਵਿੱਚ ਵੀ, ਮੇਰਾ ਵੀ, ਮੇਰੇ ਭਰਾ ਦਾ ਵੀ, ਤੇ ਉਹ ਕਿਸੇ ਨੇ ਉਹਦਾ ਨਾਂ ਨਹੀਂ ਲਿਆ। ਜਦੋਂ ਮੈਂ ਫਗਵਾੜੇ ਕਾਲਜ ਦੇ ਵਿੱਚ MA ਕਰਦੀ ਸੀ, ਤੇ ਉਸ ਵੇਲੇ ਵੀ ਅਸੀਂ ਸਟ੍ਰਾਈਕ ਕਰਾਈ ਸੀ। ਉੱਥੇ ਜਿਹੜੀ ਪ੍ਰਿੰਸੀਪਲ ਸੀ ਬੜੀ ਸਖਤ ਸੀ। ਉਹ ਆ ਕੇ ਮੈਨੂੰ ਪੁੱਛਦੀ ਵੀ ਤੁਸੀਂ ਕਿਹੜੇ ਕਾਲਜ ਤੋਂ ਆਏ ਆ? ਮੈਂ ਕਿਹਾ ਵੀ ਅਸੀਂ ਬੰਗੇ ਕਾਲਜ ਤੋਂ। ਕਹਿੰਦੇ ਉੱਥੇ ਇਹੀ ਕੁਛ ਕਰਦੇ ਸੀ? ਮੈਂ ਕਿਹਾ ਹਾਂਜੀ, ਬੜੇ ਮਾਣ ਨਾਲ ਦੱਸ ਰਹੀ ਹਾਂ ਵੀ ਉੱਥੇ ਵੀ ਅਸੀਂ ਇਹੀ ਕੁਛ ਕਰਦੇ ਸੀ, ਤੇ ਅੱਗੇ ਵੀ ਇਹੀ ਕੁਛ ਹੀ ਕਰਾਂਗੇ। ਇਹਨਾਂ ਦਾ ਜ਼ੋਰ ਨਹੀਂ ਸੀ ਹੁੰਦਾ ਜਦੋਂ 98-99 ਦੇ ਦੌਰਾਨ, ਜਦੋਂ ਜਾਂ ਇਹ ਮਤਲਬ ਖਾਲਿਸਤਾਨੀ ਲਹਿਰ ਜਦੋਂ ਮਤਲਬ ਕਿ ਖਤਮ ਹੋਣ ਦੇ ਤੋਂ ਬਾਅਦ ਵਿੱਚ ਜਿਹੜੀਆਂ ਯੂਨੀਅਨਾਂ ਬਹੁਤ ਘੱਟ ਗਈਆਂ ਸੀਗੀਆਂ। ਠੀਕ ਹੈ। ਤੁਸੀਂ ਕੈਨੇਡਾ ਵਿੱਚ ਆਏ ਹੋ, ਵਿਨੀਪੈਗ ਵਿੱਚ ਜਿਹੜੀਆਂ ਸਾਹਿਤਕ ਸਰਗਰਮੀਆਂ ਉਹਦਾ ਤੁਸੀਂ ਧੁਰਾ ਹੋ, ਕੀ ਤੁਹਾਡੀ ਪਲੈਨਿੰਗ ਰਹਿੰਦੀ ਹੈਗੀ ਆ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਸਾਹਿਤਕਾਰਾਂ ਨੂੰ ਨਾਲ ਜੋੜ ਕੇ, ਕਵੀਆਂ ਨੂੰ, ਕਵਿਤਰੀਆਂ ਨੂੰ ਨਾਲ ਜੋੜ ਕੇ ਇੱਕ ਬਹੁਤ ਵਧੀਆ ਸਾਹਿਤਕ ਮਾਹੌਲ ਸਿਰਜਿਆ ਜਾ ਸਕੇ? ਕੋਈ ਇੱਦਾਂ ਦੀ ਪਲੈਨਿੰਗ ਮਨ ਵਿੱਚ ਹੈਗੀ ਗੱਲ? ਅਸੀਂ ਐਕਚੁਅਲੀ, ਮੈਂ ਇੱਥੇ ਤਾਂ ਨਹੀਂ, ਟੋਰਾਂਟੋ ਤੋਂ ਇੱਕ ਆਰਗੇਨਾਈਜੇਸ਼ਨ ਹੈਗੀ ਹੈ ਦਿਸ਼ਾ, ਉਹਦੇ ਨਾਲ ਮੈਂ ਜੁੜੀ ਹੋਈ ਆ ਤਕਰੀਬਨ। ਉਹਨਾਂ ਨੇ 2014 ਦੇ ਵਿੱਚ ਕੈਨੇਡਾ ਦੀਆਂ ਜਿੰਨੀਆਂ ਕਵਿਤਰੀਆਂ, ਉਹਨਾਂ ਦੀ ਇੱਕ ਕਿਤਾਬ ਛਾਪੀ ਸੀ। ਠੀਕ ਹੈ ਜੀ। ਹਾਂਜੀ, ਤੇ ਉਹ ਕਿਤਾਬ ਦੇ ਵਿੱਚ ਮੇਰੀਆਂ ਵੀ ਕਵਿਤਾਵਾਂ ਸੀ। ਉਸ ਤੋਂ ਬਾਅਦ ਵਿੱਚ ਮੈਂ ਲਗਾਤਾਰ ਉਹਨਾਂ ਦੇ ਨਾਲ ਜੁੜੀ ਹੋਈ। ਉਹਨਾਂ ਨੇ ਔਰਤਾਂ ਦੇ ਕਾਨਫਰੰਸ ਵੀ ਕਰਵਾਈਆਂ, ਤੇ ਹੁਣ ਵੀ ਅਸੀਂ ਇੱਕ ਮਤਲਬ ਪਿਛਲੇ ਸਮੇਂ ਦੇ ਵਿੱਚ ਜਦੋਂ ਗੌਰੀ ਲੰਕੇਸ਼ ਜੀ ਦੀ ਤੀਸਰੀ ਬਰਸੀ ਸੀਗੀ, ਅਸੀਂ ਇੱਕ ਲਹਿਰ ਉੱਠੀ ਸੀ ਭਾਰਤ ਦੇ ਵਿੱਚੋਂ, ਇਫ ਵੀ ਡੂ ਨਾਟ ਟਰਾਈ, ਤੇ ਅਸੀਂ ਪੰਜਾਬ ਵੱਲੋਂ, ਜੇਕਰ ਅਸੀਂ ਉੱਥੇ ਨਹੀਂ ਤੇ ਉਹਦੇ ਵੱਲੋਂ ਅਸੀਂ ਵੀ ਪ੍ਰੋਗਰਾਮ ਕਿੰਨੇ ਕੀਤੇ ਆ। ਹੁਣ ਵੀ ਕਿਸਾਨੀ ਦੇ ਨਾਲ ਜਿਹੜੇ ਹੈਗੇ ਆ ਸੰਘਰਸ਼ ਦੇ ਨਾਲ ਜੁੜ ਕੇ ਅਸੀਂ ਕਈ ਪ੍ਰੋਗਰਾਮ ਦਿਸ਼ਾ ਵੱਲੋਂ ਕਰਵਾਏ ਆ। ਠੀਕ ਹੈ। ਕਵੀ ਦਰਬਾਰ ਵੀ ਕਰਵਾਉਂਦੇ ਰਹਿੰਦੇ ਆ। ਪਿਛਲੇ ਹਫ਼ਤੇ ਹੀ ਸਾਡਾ ਕਵੀ ਦਰਬਾਰ ਹੋਇਆ, ਅਸੀਂ ਕਿਸਾਨ ਬੀਬੀਆਂ ਨੂੰ ਸਮਰਪਿਤ ਇੱਕ ਕਵੀ ਦਰਬਾਰ ਕੀਤਾ ਸੀ। ਵੈਰੀ ਗੁੱਡ। ਇਹ ਤੁਸੀਂ ਜਿਹੜੀਆਂ ਆਪਦੀਆਂ ਕਵਿਤਾਵਾਂ ਹੈਗੀਆਂ ਜੀ, ਇਹਨਾਂ ਨੂੰ ਕਿਤਾਬੀ ਰੂਪ ਦੇਣ ਬਾਰੇ ਸੋਚਿਆ ਹੋਇਆ, ਜਾਂ ਅਜੇ ਤੁਹਾਨੂੰ ਲੱਗਦਾ ਕਿ ਓਨੀਆਂ ਕਵਿਤਾਵਾਂ ਨਹੀਂ ਹੋਈਆਂ ਜਿੰਨੀਆਂ ਇੱਕ ਕਿਤਾਬ ਦੇ ਵਿੱਚ ਸ਼ਾਮਲ ਕੀਤੀਆਂ ਜਾ ਸਕਦੀਆਂ? ਹਾਂਜੀ, ਸੋਚਿਆ ਤਾਂ ਹੈਗਾ ਆ, ਦੇਖੋ ਕਦੋਂ ਹੁੰਦੀ ਆ। ਅੱਛਾ ਜੀ। ਚਲੋ, ਸਾਡੀਆਂ ਸ਼ੁਭ ਇਛਾਵਾਂ ਤੁਹਾਡੇ ਨਾਲ ਹੈ ਜਸਵੀਰ ਜੀ। ਤੁਸੀਂ ਬੜਾ ਉਦਮ ਕਰਦੇ ਹੋ, ਔਰ ਬੜੇ ਤੁਸੀਂ ਇੱਥੋਂ ਦੀ ਸਾਹਿਤਕ ਮੱਸ ਵਾਲੇ, ਸਾਹਿਤਕ ਵਿਚਾਰਾਂ ਵਾਲੇ ਲੋਕਾਂ ਨੂੰ ਇਕੱਠਿਆਂ ਕੀਤਾ ਹੋਇਆ ਹੈਗਾ, ਔਰ ਉਹ ਸਾਰੇ ਇਕੱਠੇ ਹੋ ਕੇ ਕੁਛ ਨਾ ਕੁਛ ਸਰਗਰਮੀਆਂ ਕਰਦੇ ਰਹਿੰਦੇ ਹੈਗੇ ਆ। ਡਿਊ ਟੂ ਕਰੋਨਾ ਤੇ ਸ਼ਾਇਦ ਸਰਗਰਮੀਆਂ ਇਹ ਲਗਭਗ ਬੰਦ ਵਾਲੀ ਗੱਲ ਹੀ ਸੀ, ਪਰ ਪਹਿਲਾਂ ਪਿਛਲੇ ਸਾਲਾਂ ਦੌਰਾਨ ਤੁਸੀਂ ਹਰ ਮਹੀਨੇ ਕੋਈ ਨਾ ਕੋਈ ਪ੍ਰੋਗਰਾਮ ਉਲੀਕੀ ਰੱਖਿਆ। ਤੇ ਮੇਰੀ ਨਿੱਜੀ ਜਿਹੜੀ ਖਾਹਿਸ਼ ਹੈ ਕਿ ਤੁਸੀਂ ਮੂਹਰੇ ਹੋ ਕੇ ਜਿਹੜੇ ਹੋਰ ਸਾਹਿਤਕ ਮੱਸ ਵਾਲੇ ਹੈਗੇ ਆ, ਸਾਹਿਤਕ ਵਿਚਾਰਾਂ ਵਾਲੇ ਹੈਗੇ ਆ, ਡਜ਼ਨਟ ਮੈਟਰ ਉਹ ਕ੍ਰਾਂਤੀਕਾਰੀ ਸੋਚ ਨਾਲ ਪਰਨਾਏ ਹੋਏ ਜਾਂ ਨਹੀਂ, ਪਰ ਸਾਹਿਤ ਦੇ ਖੇਤਰ ਦੇ ਵਿੱਚ ਕੁਛ ਨਾ ਕੁਛ ਲਿਖਦੇ ਕਰਦੇ ਰਹਿੰਦੇ ਆ, ਇਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਕੋਈ ਅਜਿਹੀ ਸੰਸਥਾ ਜਿਹੜੀ, ਭਾਵੇਂ ਉਹੀ ਜਿਹੜੀ ਸੰਸਥਾ ਆਲਰੇਡੀ ਕੰਮ ਕਰਦੀ ਆ,
ਉਹਦੇ ਪਲੇਟਫਾਰਮ 'ਤੇ ਇਹਨਾਂ ਨੂੰ ਇਕੱਠੇ ਕਰਕੇ ਕੋਈ ਇਹੋ ਜਿਹੀ ਮੁਹਿੰਮ ਚਲਾਓ ਜਿਹਦੇ ਵਿੱਚ ਇਹ ਸ਼ਹਿਰ ਦੀ ਰੌਣਕ ਜਿਹੜੀ ਆ ਉਹ ਸਾਹਿਤਕ ਰੌਣਕ ਬਣ ਜਾਵੇ। ਜਿਵੇਂ ਕੈਲਗਰੀ ਦੇ ਵਿੱਚ ਸੰਸਥਾਵਾਂ ਹੈਗੀਆਂ, ਵੈਨਕੂਵਰ ਦੇ ਵਿੱਚ ਹੈਗੀਆਂ, ਟੋਰਾਂਟੋ 'ਚ ਹੈਗੀਆਂ, ਵਿਨੀਪੈਗ 'ਚ ਸ਼ਾਇਦ ਜਿਹੜੀ ਸੰਸਥਾ ਹੈਗੀ ਆ ਜਿਹੜੇ ਤੁਸੀਂ ਕੰਮ ਕਰਦੇ ਹੋ ਉਹ ਉਸ ਤਰੀਕੇ ਨਾਲ ਅਜੇ ਵੱਧ ਪਾਪੂਲਰ ਨਹੀਂ ਹੋਈ, ਹਰਮਨ ਪਿਆਰੀ ਲੋਕਾਂ 'ਚ ਨਹੀਂ ਹੋ ਸਕੀ। ਸ਼ਾਇਦ ਆਉਣ ਵਾਲੇ ਦਿਨਾਂ ਵਿੱਚ ਤੁਹਾਡੀਆਂ ਕੋਸ਼ਿਸ਼ਾਂ ਜਿਹੜੀਆਂ ਉਹਨਾਂ ਨੂੰ ਬੂਰ ਪਏਗਾ, ਫਲ ਮਿਲੇਗਾ, ਅਤੇ ਇਹੋ ਜਿਹੀ ਉਮੀਦ ਅਸੀਂ ਰੱਖਦੇ ਹਾਂ ਤੁਹਾਡੇ ਤੋਂ। ਕੀ ਕਹਿਣਾ ਚਾਹੋਗੇ ਅਖੀਰ ਵਿੱਚ ਤੁਸੀਂ ਸਾਹਿਤਕ ਖੇਤਰ ਦੇ ਕੁਝ ਜਿਹੜੇ ਲੋਕ ਅਜੇ ਆਪਣੇ ਆਪ ਨੂੰ ਛਿਪੇ ਰਹਿਣ ਦੀ ਚਾਹ ਵੱਲ 'ਚ ਬੈਠੇ ਆ, ਉਹਨਾਂ ਨੂੰ ਕਹਿਣਾ ਚਾਹੋਗੇ ਕਿ ਉਹ ਅੱਗੇ ਆਉਣ ਤੇ ਸਾਹਿਤਕ ਸਫਾਂ ਦੇ ਵਿੱਚ ਸਰਗਰਮੀਆਂ ਕਰਨ? ਹਾਂਜੀ ਬਿਲਕੁਲ ਜੀ, ਜਿੱਦਾਂ ਮੈਂ ਵਿਨੀਪੈਗ ਸਾਹਿਤ ਸਭਾ ਨਾਲ ਜੁੜੀ ਹੋਆ, ਇਹ ਗੱਲ ਮੈਨੂੰ ਨਹੀਂ ਲੱਗਦੀ ਹੈਗੀ ਕਿਉਂਕਿ ਵਿਨੀਪੈਗ ਸਭਾ ਬਹੁਤ ਪੁਰਾਣੀ ਆ ਤੇ ਇਹਨਾਂ ਨੇ ਬਹੁਤ ਕੰਮ ਕੀਤਾ। ਹਾਲਾਂਕਿ ਇਹਨਾਂ ਦੇ ਵਿੱਚ ਸਾਹਿਤਕਾਰ ਘੱਟ ਹੋ ਸਕਦੇ ਆ, ਰਾਜਨੀਤਿਕ ਤੌਰ ਤੇ ਇਹਨਾਂ ਨੇ ਬਹੁਤ ਵੱਡੇ ਵੱਡੇ ਜਿਹੜੇ ਹੈਗੇ ਇੱਥੇ ਪ੍ਰੋਗਰਾਮ ਕਰਵਾਏ ਆ, ਕੰਮ ਕੀਤੇ ਆ। ਜਿੱਦਾਂ ਹੈਗਾ ਸਾਹਿਤਕਾਰਾਂ ਦੀ ਗੱਲ, ਮੇਰੀ ਕੋਸ਼ਿਸ਼ ਹੈਗੀ ਆ ਇੱਥੇ ਮੈਂ ਬਹੁਤ ਸਾਰੀਆਂ ਕੁੜੀਆਂ ਨੂੰ, ਔਰਤਾਂ ਨੂੰ ਜਾਣਦੀ ਆ। ਆ ਪਿੱਛੇ ਲਾਕਡਾਊਨ ਆ ਗਿਆ, ਉਸ ਤੋਂ ਬਾਅਦ ਕੋਸ਼ਿਸ਼ ਕਰਾਂਗੇ ਅਸੀਂ ਚਾਹੇ ਦਿਸ਼ਾ ਦਾ ਹੀ ਇੱਥੇ ਕੋਈ ਯੂਨਿਟ ਖੜਾ ਕਰੀਏ, ਕੋਈ ਵੀ ਅਸੀਂ ਸਾਹਿਤਕ ਆਰਗੇਨਾਈਜੇਸ਼ਨ ਬਣਾਉਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ। ਬਹੁਤ ਬਹੁਤ ਮਿਹਰਬਾਨੀ ਜਸਵੀਰ ਜੀ ਸਮਾਂ ਕੱਢਣ ਦਾ, ਔਰ ਵਾਇਸ ਆਫ ਇੰਡੀਆ ਤੇ ਪ੍ਰੋਗਰਾਮ ਕਲਮਾਂ ਦੇ ਕਾਫਲੇ ਵਿੱਚ ਸਾਡੇ ਨਾਲ ਖੁੱਲ੍ਹੀ ਡੁੱਲੀ ਗੱਲਬਾਤ ਕਰਨ ਦਾ। ਤੁਹਾਨੂੰ ਕਦੀ ਫਿਰ ਮੌਕਾ ਦਿਆਂਗੇ ਜ਼ਰੂਰ। ਤੁਸੀਂ ਆਪਦੀਆਂ ਕਵਿਤਾਵਾਂ ਜਿਹੜੀਆਂ ਉਹ 1 ਨਹੀਂ 2 4 ਜਿਹੜੀਆਂ ਸਾਡੇ ਨਾਲ ਸ਼ੇਅਰ ਕਰੋਗੇ, ਸੁਣਾਓਗੇ ਸਾਡੇ ਸਰੋਤਿਆਂ ਨੂੰ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਖੀਰ ਵਿੱਚ। ਹਾਂਜੀ, ਤੁਹਾਡਾ ਵੀ ਤੇ ਵਾਇਸ ਆਫ ਇੰਡੀਆ ਦੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਵੈਰੀ ਮਚ।